ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਮਰੱਥ ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਅਨ ਦਿਨ ਰਾਵਹਿ ਪਿਰ ਆਪਣਾ, ਸਹਜੇ ਸਚ ਸਮਾਏ ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਦੇ ਵਿੱਚ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 38 ਉੱਪਰ ਸਭਾਏਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ, ਜਿਹਦੇ ਤੇ ਅਸੀਂ ਰੁਕ ਕੇ ਸਮਝ ਕੇ ਚੱਲਣਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਜੀਵ ਇਸਤਰੀ ਜੋ ਸਾਡੀ ਆਤਮਿਕ ਅਵਸਥਾ ਹੈ, ਅਸੀਂ ਪਰਮੇਸ਼ਵਰ ਤੋਂ ਵਿਛੜੇ ਹੋਏ ਹਾਂ। ਇਸ ਵਿਛੋੜੇ ਦੇ ਕਰਕੇ ਹੀ ਸਾਡਾ ਇਹ ਜਨਮ ਹੈ, ਔਰ ਇਸ ਜਨਮ ਦੇ ਵਿੱਚ ਅਸੀਂ ਉਸ ਵਿਛੋੜੇ ਨੂੰ ਮਹਿਸੂਸ ਕਰਕੇ ਤੇ ਪਰਮੇਸ਼ਵਰ ਦੇ ਮਿਲਾਪ ਦੀਆਂ ਅਸਲ ਖੁਸ਼ੀਆਂ ਹਾਸਲ ਕਰਨੀਆਂ ਨੇ, ਜੋ ਸਾਡੇ ਜੀਵਨ ਦੇ ਅੰਦਰ ਸਦਾ ਲਈ ਖੁਸ਼ੀਆਂ ਟਿਕ ਜਾਣ, ਸਾਡੇ ਜੀਵਨ ਅੰਦਰ ਸਦਾ ਲਈ ਆਨੰਦ ਬਣ ਜਾਏ। ਪਰ ਜਿਹਨੂੰ ਪਰਮੇਸ਼ਵਰ ਦਾ ਵਿਛੋੜਾ ਆਤਮਿਕ ਤਲ ਤੇ ਮਹਿਸੂਸ ਹੋਏਗਾ, ਉਹੀ ਪਰਮੇਸ਼ਵਰ ਦੇ ਮਿਲਾਪ ਲਈ ਯਤਨ ਕਰੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੋ ਅਵਸਥਾਵਾਂ ਨੂੰ ਬਿਆਨ ਕਰਦੀ ਹੈ। ਇੱਕ ਦੁਹਾਗਣ ਹੈ, ਇੱਕ ਸੁਹਾਗਣ ਹੈ। ਸੁਹਾਗਣ ਉਹ ਹੈ ਜਿਹਨੂੰ ਸੁਹਾਗ ਪਰਮੇਸ਼ਵਰ ਨਾਲ ਜੁੜਨਾ ਆ ਗਿਆ। ਜਿਹੜੇ ਰੋਜ਼ ਗੁਰਬਾਣੀ ਦੇ ਅਭਿਆਸੀ ਨੇ, ਗੁਰਬਾਣੀ ਦੀ ਵਿਚਾਰ ਨਾਲ ਜੁੜਨ ਵਾਲੇ ਨੇ, ਉਹਨਾਂ ਨੂੰ ਪਤਾ ਹੈ ਕਿ ਜਿਹੜਾ ਪਰਮੇਸ਼ਵਰ ਦੇ ਨਾਲ ਜੀਵ ਇਸਤਰੀ ਦਾ ਮਿਲਾਪ ਹੈ, ਉਹ ਇਹ ਸਰੀਰ ਨਹੀਂ, ਉਹ ਆਤਮਿਕ ਅਵਸਥਾ ਹੈ। ਸਰੀਰ ਕਰਕੇ ਆਪਾਂ ਮੇਲ ਫੀਮੇਲ ਹੋ ਸਕਦੇ ਹਾਂ। ਸਰੀਰ ਕਰਕੇ ਬਾਹਰੋਂ ਜਿਹੜੀ ਸਾਡੀ ਦਿੱਖ ਹੈ ਉਹ ਪੁਰਸ਼ ਇਸਤਰੀ ਦੀ ਹੈ, ਪਰ ਜੋ ਸਾਡੇ ਅੰਦਰ ਜੀਵ ਇਸਤਰੀ ਆਤਮਿਕ ਰੂਪ ਵਿੱਚ ਹੈ, ਆਪਾਂ ਸਾਰੇ ਹੀ ਇਸਤਰੀ ਦਾ ਰੂਪ ਆ। ਸਾਡੇ ਸਾਰਿਆਂ ਦਾ ਮਾਲਕ ਪਤੀ ਪਰਮੇਸ਼ਵਰ ਇੱਕੋ ਹੀ ਹੈ, ਉਹ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਅਸੀਂ ਸਰੀਰ ਨੂੰ
ਦੇਖ ਕੇ ਤਾਂ ਕਹਿ ਸਕਦੇ ਹਾਂ ਵੀ ਇਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਜੋਗੀ ਹੈ, ਸੰਨਿਆਸੀ ਹੈ, ਇਹ ਬੋਧੀ ਹੈ, ਇਹ ਬ੍ਰਹਮਚਾਰੀ ਹੈ, ਇਹ ਫਲਾਣੇ ਫਲਾਣੇ ਮੁਲਕ ਦਾ ਹੈ। ਪਰ ਜਦੋਂ ਸਰੀਰ ਨੂੰ ਇੱਕ ਪਾਸੇ ਰੱਖ ਕੇ ਅੰਦਰ ਦੀ ਜੀਵ ਇਸਤਰੀ ਨੂੰ ਵੇਖੋਗੇ ਤੇ ਉਹਦੇ ਉੱਤੇ ਕੋਈ ਧਰਮ ਦੀ ਮੋਹਰ ਨਹੀਂ ਲਾਈ ਜਾ ਸਕਦੀ, ਕਿਸੇ ਮੁਲਕ ਦੀ ਮੋਹਰ ਨਹੀਂ ਲਾਈ ਜਾ ਸਕਦੀ, ਕਿਉਂਕਿ ਸਭਨਾਂ ਦੇ ਆਤਮਿਕ ਮੰਡਲ ਵਿੱਚ ਜੀਵ ਇਸਤਰੀ ਦਾ ਪਤੀ ਪਰਮੇਸ਼ਵਰ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਅਸੀਂ ਜਿਹੜੀ ਨਫ਼ਰਤ ਨਾਲ ਭਰੇ ਹੋਏ ਹਾਂ ਇਹ ਬਾਹਰ ਸਰੀਰਕ ਤਲ ਤੇ ਹੈ, ਪਰ ਜਦੋਂ ਸਾਨੂੰ ਅੰਦਰ ਦੀ ਖੇਡ ਸਮਝ ਆ ਜਾਏਗੀ ਤੇ ਸਾਡੀ ਨਫ਼ਰਤ ਵੀ ਖਤਮ ਹੋ ਜਾਏਗੀ। ਫਿਰ ਉੱਥੇ ਅਵਸਥਾ ਇਹ ਬਣ ਜਾਏਗੀ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ। ਹੁਣ ਗੁਰਬਾਣੀ ਦਾ ਅਭਿਆਸ ਆਪਾਂ ਇਸ ਲਈ ਕਰਨਾ ਹੈ ਕਿ ਗੁਰਬਾਣੀ ਨੇ ਦੁਹਾਗਣ ਤੇ ਸੁਹਾਗਣ ਦੀ ਅਵਸਥਾ ਨੂੰ ਬਿਆਨ ਕਰਨਾ ਹੈ। ਤੇ ਜਦੋਂ ਅਸੀਂ ਸੁਹਾਗਣ ਦਾ ਮਤਲਬ ਹੈ ਜਿਹਦੇ ਕੋਲ ਸ਼ੁਭ ਗੁਣ ਨੇ, ਜਿਹਨੂੰ ਸੁਹਾਗ ਦੀ ਪ੍ਰਾਪਤੀ ਹੋ ਗਈ, ਤੇ ਜਦੋਂ ਦੁਹਾਗਣ ਜੀਵਨ ਵਾਲੇ ਨੇ ਸੁਹਾਗਣ ਦੀਆਂ ਖੁਸ਼ੀਆਂ ਨੂੰ ਵੇਖਣਾ ਹੈ ਤੇ ਉਹਦੇ ਮਨ ਵਿੱਚ ਵੀ ਚਾਉ ਪੈਦਾ ਹੋਣਾ ਹੈ ਕਿ ਮੈਂ ਵੀ ਇਹ ਖੁਸ਼ੀਆਂ ਹਾਸਲ ਕਰਾਂ, ਮੈਨੂੰ ਵੀ ਪਰਮੇਸ਼ਵਰ ਦਾ ਮਿਲਾਪ ਹੋ ਜਾਏ, ਮੈਂ ਇਸ ਮਾਇਆਵੀ ਖੁਸ਼ੀਆਂ ਵਿੱਚੋਂ ਦੀ ਨਿਕਲ ਕੇ ਉਸ ਅਸਲ ਖੁਸ਼ੀਆਂ ਦੇ ਵਿੱਚ ਆਪਣੇ ਜੀਵਨ ਨੂੰ ਜੋੜ ਲਵਾਂ, ਜਿਹਦੇ ਨਾਲ ਮੈਨੂੰ ਸਦਾ ਲਈ ਸੁੱਖ ਆਨੰਦ ਦੀ ਪ੍ਰਾਪਤੀ, ਮੇਰਾ ਹਰ ਪਲ ਆਨੰਦ ਦੇ ਵਿੱਚ ਬਤੀਤ ਹੋਵੇ, ਮੇਰਾ ਹਰ ਪਲ ਵਿਗਾਸ ਦੇ ਵਿੱਚ ਹੀ ਬਤੀਤ ਹੋਵੇ। ਪਰ ਉਹ ਤਾਂ ਹੋਏਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ, ਉਹਦੇ ਵਿੱਚ ਸਤਿਗੁਰੂ ਦੀ ਨਜ਼ਰ ਚਾਹੀਦੀ ਹੈ। ਸਤਿਗੁਰੂ ਦੀ ਨਜ਼ਰ ਵਿੱਚ ਹੀ ਸਾਨੂੰ ਪਤੀ ਪਰਮੇਸ਼ਵਰ ਦਾ ਨਾਮ ਮਿਲੇਗਾ, ਜਿਹਨੂੰ ਅਸੀਂ ਜਪ ਕੇ ਅਵਗਣਾ ਨੂੰ ਮਿਟਾ ਕੇ ਸਦਾ ਲਈ ਸੁਹਾਗਣ ਹੋਣਾ ਹੈ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੁੰਦੇ, ਮੁੰਦੇ ਦਾ ਅਰਥ ਹੈ ਇਹ ਜੀਵ ਇਸਤਰੀਏ, ਤੂੰ ਚੱਲ ਗੁਰ ਕੈ ਭਾਏ। ਜੇ ਤੂੰ ਪਤੀ ਪਰਮੇਸ਼ਵਰ ਨੂੰ ਮਿਲਣਾ ਹੈ, ਜੇ ਕੁਚੱਜੀ ਤੋਂ ਸੁਚੱਜੀ ਹੋਣਾ ਹੈ, ਜੇ ਤੂੰ ਦੁਹਾਗਣ ਤੋਂ ਸੁਹਾਗਣ ਬਣ ਕੇ ਗੁਣਵੰਤੀ ਬਣਨਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਪੜਾਂਗੇ ਜਾਂ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਕਿ ਪਹਿਲਾ ਸ਼ਬਦ ਕੁਚੱਜੀ ਦਾ ਆਏਗਾ, ਫਿਰ ਦੂਸਰਾ ਸ਼ਬਦ ਸੁਚੱਜੀ ਦਾ ਆਏਗਾ, ਫਿਰ ਤੀਸਰਾ ਸ਼ਬਦ ਆਏਗਾ ਗੁਣਵੰਤੀ ਦਾ। ਇਹ ਤਿੰਨੇ ਸ਼ਬਦ ਸਾਨੂੰ ਇਕੱਠੇ ਮਿਲਣਗੇ। ਜਦੋਂ ਕੁਚੱਜੀ ਨੂੰ ਚੱਜ ਆ ਗਿਆ, ਫਿਰ ਉਹਨੇ ਸੁਹਾਗਣ ਬਣਨ ਵਾਸਤੇ ਅਰਦਾਸ ਕੀਤੀ, ਮੈਂ ਹੁਣ ਗੁਣਵੰਤੀ ਹੋਣਾ ਚਾਹੁੰਦੀ ਹਾਂ, ਗੁਣਵਾਨ ਹੋਣਾ ਚਾਹੁੰਦੀ ਹਾਂ। ਤੇ ਫਿਰ ਮਹਾਰਾਜ ਨੇ ਕਿਹਾ ਸੀ ਜੇ ਤੂੰ ਗੁਣਵੰਤੀ ਬਣਨਾ ਹੈ ਤੇ ਗੁਣ ਕਿੱਥੋਂ ਮਿਲਣਾ ਹੈ? ਜੋ ਦਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਕਹਿੰਦੇ ਨੇ ਇਸ ਤਰ੍ਹਾਂ ਤੈਨੂੰ ਗੁਣਵੰਤੀ ਬਣਨ ਦਾ ਗੁਣ ਮਿਲਣਾ ਹੈ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੁੰਦੇ, ਹੇ ਜੀਵ ਇਸਤਰੀਏ, ਤੂੰ ਚੱਲ ਗੁਰ ਕੈ ਭਾਏ, ਗੁਰੂ ਦੇ ਪ੍ਰੇਮ ਵਿੱਚ ਚੱਲ, ਗੁਰੂ ਦੇ ਪਿਆਰ ਵਿੱਚ ਚੱਲ। ਭਾਏ ਦਾ ਅਰਥ ਹੈ ਭਾਵਨਾ, ਪ੍ਰੇਮ। ਹੇ ਜੀਵ ਇਸਤਰੀ, ਤੂੰ ਗੁਰੂ ਦੇ ਪਿਆਰ ਪ੍ਰੇਮ ਦੇ ਵਿੱਚ ਚੱਲਣਾ ਕਰ। ਅਨ ਦਿਨ ਰਾਵਹਿ ਪਿਰ ਆਪਣਾ, ਸਹਜੇ ਸੱਚ ਸਮਾਏ। ਕਿਉਂਕਿ ਜਿਹੜੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਚੱਲੇ, ਉਹ ਦਿਨ ਰਾਤ, ਫਿਰ ਪਿਰ ਦਾ ਅਰਥ ਹੈ ਪਤੀ, ਪਤੀ ਦਾ ਅਰਥ ਹੈ ਪਰਮੇਸ਼ਵਰ,
ਉਹ ਫਿਰ ਆਪਣੇ ਪਰਮੇਸ਼ਵਰ ਦੇ ਚਰਨਾਂ ਦਾ ਆਨੰਦ ਮਾਣਦੀਆਂ ਨੇ ਜੀਵ ਇਸਤਰੀਆਂ, ਕਿਉਂਕਿ ਆਵਾਜ਼ ਮੁੰਦੇ ਜੀਵ ਇਸਤਰੀ ਨੂੰ ਦਿੱਤੀ ਹੈ ਤੇ ਪੂਰਾ ਦਾ ਪੂਰਾ ਸ਼ਬਦ ਜੀਵ ਇਸਤਰੀ ਵਾਸਤੇ ਹੈ। ਇੱਥੇ ਹੁਣ ਸਰੀਰ ਨੂੰ ਇੱਕ ਪਾਸੇ ਰੱਖ ਕੇ ਸਰੀਰ ਦੇ ਅੰਦਰ ਜੋ ਜੀਵ ਆਤਮਾ ਜੀਵ ਇਸਤਰੀ ਹੈ, ਹੁਣ ਉਹਦਾ ਧਿਆਨ ਧਰ ਕੇ ਵਿਚਾਰ ਨੂੰ ਸਮਝਣਾ ਹੈ, ਕਿਉਂਕਿ ਸਰੀਰ ਮਾਇਆ ਹੈ ਔਰ ਅਸੀਂ ਇਸ ਮਾਇਆ ਰੂਪੀ ਸਰੀਰ ਵਿੱਚੋਂ ਨਿਕਲ ਕੇ ਹੁਣ ਨਿਰੰਕਾਰ ਨੂੰ ਸਮਝਣ ਦਾ ਯਤਨ, ਆਪਣੇ ਆਤਮਿਕ ਜੀਵ ਇਸਤਰੀ ਨੂੰ ਸਮਝਣ ਦਾ ਯਤਨ ਕਰਨਾ ਹੈ। ਹੇ ਜੀਵ ਇਸਤਰੀ, ਤੂੰ ਗੁਰੂ ਦੇ ਪਿਆਰ ਵਿੱਚ ਚੱਲ। ਜੇ ਇਹ ਵਿਛੋੜਾ ਸਦਾ ਲਈ ਮੁਕਾ ਕੇ ਤੂੰ ਸਦਾ ਸੁਹਾਗਣ ਸਦਾ ਗੁਣਵੰਤੀ ਹੋਣਾ ਚਾਹੁੰਦੀ ਹੈ, ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਪਿਆਰ ਵਿੱਚ ਚੱਲਣਾ ਕੀਤਾ, ਅਨ ਦਿਨ ਦਿਨ ਰਾਤ ਰਾਵਹਿ ਪਿਰ ਆਪਣਾ, ਆਪਣੇ ਪਿਆਰੇ ਦੇ ਚਰਨਾਂ ਦਾ ਪਿਆਰ ਮਾਣਦੇ ਨੇ। ਸਹਜੇ ਸੱਚ ਸਮਾਏ, ਔਰ ਉਸ ਪਰਮੇਸ਼ਵਰ ਵਰਗਾ ਸੁਭਾਅ ਬਣਾ ਕੇ ਉਹ ਸਦਾ ਸੱਚ ਦੇ ਵਿੱਚ ਜੀਵ ਇਸਤਰੀਆਂ ਸਮਾ ਜਾਂਦੀਆਂ ਨੇ। ਭਾਵ ਇੱਕ ਦੁਹਾਗਣ ਨੂੰ ਸਮਝਾਉਣ ਲਈ ਸੁਹਾਗਣ ਦੀ ਉਦਾਹਰਨ ਦਿੱਤੀ ਹੈ ਕਿ ਜਿਹੜੀਆਂ ਜੀਵ ਇਸਤਰੀਆਂ ਸੁਹਾਗਣ ਹੋ ਗਈਆਂ ਨੇ ਗੁਰੂ ਦੇ ਪਿਆਰ ਵਿੱਚ, ਉਹ ਦਿਨ ਰਾਤ ਪਰਮੇਸ਼ਵਰ ਨਾਲ ਜੁੜੀਆਂ, ਦਿਨ ਰਾਤ ਪਰਮੇਸ਼ਵਰ ਨਾਲ ਜੁੜ ਕੇ ਸਹਜੇ ਸੱਚ ਸਮਾਏ, ਉਸ ਪਿਆਰ ਵਿੱਚ ਅਡੋਲਤਾ ਵਿੱਚ ਸੱਚ ਦੇ ਵਿੱਚ ਹੀ ਜੀਵ ਇਸਤਰੀਆਂ ਸਮਾ ਜਾਂਦੀਆਂ ਨੇ। ਇਸ ਲਈ ਮੁੰਦੇ ਤੂੰ ਚੱਲ ਗੁਰ ਕਹਿ ਪਾਏ। ਹੇ ਜੀਵ ਇਸਤਰੀ, ਤੂੰ ਵੀ ਗੁਰੂ ਦੇ ਪਿਆਰ ਦੇ ਵਿੱਚ ਚੱਲਣਾ ਕਰ, ਤਾਂ ਕਿ ਇਹ ਵਿਛੋੜਾ ਮੁੱਕ ਜਾਏ, ਇਹ ਜਨਮ ਜਿਹੜਾ ਲੇਖੇ ਵਿੱਚ ਲੱਗ ਜਾਏ। ਅਸੀਂ ਹਜੇ ਪੁਕਾਰ ਕਰਨੀ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ ਕਹਿ ਰਵਿਦਾਸ, ਆਸ ਲੱਗ ਜੀਵੋਂ ਚਿਰ ਭਇਓ, ਦਰਸ਼ਨ ਦੇਖ। ਬੜਾ ਚਿਰ ਹੋ ਗਿਆ, ਕਿੰਨਾ ਚਿਰ ਹੋ ਗਿਆ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ ਕਿੰਨਾ ਚਿਰ, ਸਮਾਂ, ਟਾਈਮ, ਕਿੰਨੇ ਜਨਮ ਲੰਘ ਗਏ ਇਹ ਵੀ ਨਹੀਂ ਪਤਾ। ਇਸ ਲਈ ਇਹ ਮਨੁੱਖਾ ਜਨਮ ਮਿਲਿਆ ਹੈ ਤਾਂ ਕਿ ਗੁਰੂ ਦੇ ਪਿਆਰ ਵਿੱਚ ਚੱਲ ਕੇ ਅਸੀਂ ਜੀਵ ਇਸਤਰੀ ਦੇ ਰੂਪ ਵਿੱਚ ਪਰਮੇਸ਼ਵਰ ਨੂੰ ਮਿਲ ਸਕੀਏ। ਤੋ ਗੁਰੂ ਸਾਹਿਬ ਜੀ ਨੇ ਰਹਾਉ ਵਾਲੀ ਪੰਕਤੀ ਵਿੱਚ ਜੀਵ ਇਸਤਰੀ ਨੂੰ ਸੰਬੋਧਨ ਕਰਦਿਆਂ ਸੁਹਾਗਣ ਦਾ ਜੀਵਨ ਦੱਸਦਿਆਂ ਆਖਿਆ ਵੀ ਤੂੰ ਵੀ ਗੁਰੂ ਦੇ ਪਿਆਰ ਵਿੱਚ ਚੱਲਣਾ ਕਰ। ਇੱਕ ਪਿਰ ਰਾਵਹਿ ਆਪਣਾ, ਹਉ ਕੈ ਦਰ ਪੁੱਛੋ ਜਾਏ, ਸਤਿਗੁਰ ਸੇਵੀ ਪਾਉ ਕਰ, ਮੈਂ ਪਿਰ ਦੇਹ ਮਿਲਾਏ। ਹੁਣ ਗੁਰੂ ਸਾਹਿਬ ਜੀ ਨੇ ਰਹਾਉ ਦੀ ਪੰਕਤੀ 'ਚ ਇਹ ਕਿਉਂ ਕਿਹਾ ਸੀ ਕਿ ਮੁੰਦੇ ਜੀਵ ਇਸਤਰੀ ਤੂੰ ਚੱਲ ਗੁਰ ਕੈ ਭਾਏ, ਤੂੰ ਗੁਰੂ ਦੇ ਪ੍ਰੇਮ ਵਿੱਚ ਪਿਆਰ ਵਿੱਚ ਚੱਲ। ਕਿਉਂਕਿ ਅਰਦਾਸ ਕੀਤੀ ਸੀ ਕਿ ਇੱਕ ਦੇ ਕੱਕੇ ਨੂੰ ਸਿਹਾਰੀ ਹੈ, ਕਈਆਂ ਨੇ ਪਿਰ ਰਾਵਹਿ ਆਪਣਾ, ਕਈਆਂ ਨੇ ਗੁਰੂ ਦੇ ਪਿਆਰ ਵਿੱਚ ਚੱਲ ਕੇ ਸੁਹਾਗਣ ਸ਼ੁਭ ਗੁਣ ਗ੍ਰਹਿਣ ਕਰਕੇ ਆਪਣੇ ਪਿਆਰੇ ਦੇ ਚਰਨਾਂ ਦਾ ਪਿਆਰ ਜਿਹੜਾ ਹੈ ਉਹ ਮਾਣਿਆ ਹੈ। ਹਉ ਕੈ ਦਰ ਪੁੱਛੋਂ ਜਾਏ, ਹਉ ਦਾ ਅਰਥ ਹੈ ਮੈਂ, ਜਿਹੜਾ ਸਵਾਲ ਲੈ ਕੇ ਆਇਆ ਕਿ ਮੈਨੂੰ ਦੱਸੋ ਵੀ ਮੈਂ ਕਿਹਦੇ ਦਰ ਤੇ ਜਾ ਕੇ ਪੁਕਾਰ ਕਰਾਂ, ਕਿਹੜਾ ਉਪਾਅ ਕਰਾਂ ਕਿ ਮੇਰਾ ਇਹ ਜਨਮਾਂ ਜਨਮਾਂ ਦਾ ਵਿਛੋੜਾ ਪਰਮੇਸ਼ਵਰ ਦੇ ਮਿਲਾਪ ਵਿੱਚ ਬਦਲ ਜਾਏ, ਮੈਨੂੰ ਅਸਲ ਜੀਵਨ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਆਨੰਦ ਜੀਵਨ ਦਾ ਪ੍ਰਾਪਤ ਹੋ ਜਾਏ, ਜਿਹਦੇ ਵਿੱਚ ਮੈਂ ਦਿਨ ਹੋਵੇ ਰਾਤ ਹੋਵੇ, ਸਮਾਂ ਭਾਵੇਂ ਜਿਹੜਾ ਮਰਜੀ, ਮਹੀਨਾ ਜਿਹੜਾ ਮਰਜੀ, ਜੇਠ ਹਾੜ ਦਾ ਹੋਵੇ, ਪੋਹ ਮਾਘ ਦਾ ਹੋਵੇ, ਤੇ ਮੇਰੇ ਜੀਵਨ ਅੰਦਰ ਦਿਨ ਔਰ ਰਾਤ ਵਿੱਚ ਇਹ ਖੇਡ ਬਣ ਜਾਏ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਮੇਰੇ ਦਿਨ ਰਾਤ ਅੰਦਰ ਚੱਲਣਾ ਚਾਹੀਦਾ ਹੈ, ਦਿਨ ਰਾਤ ਇਹ ਅੰਦਰ ਦਾ ਆਨੰਦ ਮੈਨੂੰ ਬਣ ਜਾਏ। ਇਸ ਲਈ ਕਈਆਂ ਨੇ ਤੇ ਇਹ ਅਵਸਥਾ ਪਾ ਕੇ ਆਪਣੇ ਪਿਆਰੇ ਦੀਆਂ ਖੁਸ਼ੀਆਂ ਲੈ ਲਈਆਂ,
ਹਉ ਕਹਿ ਦਰ ਪੁੱਛੋਂ ਜਾਏ। ਹਉ ਦਾ ਅਰਥ ਹੈ ਮੈਂ। ਜੀਵ ਇਸਤਰੀ ਕਹਿੰਦੀ ਹੈ ਵੀ ਮੈਂ ਕਿਹਦੇ ਦਰ ਉੱਤੇ ਜਾ ਕੇ ਪੁੱਛਾਂ ਕਿ ਮੇਰਾ ਮਿਲਾਪ ਕਿਵੇਂ ਹੋਏਗਾ, ਮੈਨੂੰ ਪਰਮੇਸ਼ਵਰ ਦੀਆਂ ਆਪਣੇ ਪਿਆਰੇ ਦੀਆਂ ਖੁਸ਼ੀਆਂ ਕਿਵੇਂ ਮਿਲਣਗੀਆਂ। ਤਾਂ ਫਿਰ ਗੁਰੂ ਸਾਹਿਬ ਨੇ ਕਿਹਾ ਸੀ, ਹੇ ਜੀਵ ਇਸਤਰੀ ਤੂੰ ਗੁਰੂ ਦੇ ਪਿਆਰ ਵਿੱਚ ਚੱਲ, ਕਿਉਂਕਿ ਇੱਕ ਸਤਿਗੁਰੂ ਹੀ ਹੈ ਜਿਹੜਾ ਤੈਨੂੰ ਵਿਛੜੀ ਹੋਈ ਨੂੰ ਪ੍ਰਭੂ ਨਾਲ ਮਿਲਾ ਸਕਦਾ ਹੈ। ਇੱਕ ਸਤਿਗੁਰੂ ਹੀ ਹੈ ਜਿਹੜਾ ਦੁਹਾਗਣ ਨੂੰ ਸੁਹਾਗਣ ਬਣਾ ਸਕਦਾ ਹੈ। ਇੱਕ ਸਤਿਗੁਰੂ ਹੀ ਹੈ ਜਿਹੜਾ ਕੁਚੱਜੀ ਨੂੰ ਸੁਚੱਜੀ ਬਣਨ ਦਾ ਢੰਗ ਦੱਸ ਸਕਦਾ ਹੈ। ਇੱਕ ਸਤਿਗੁਰੂ ਹੀ ਹੈ ਜਿਹੜਾ ਸਾਡੇ ਅੰਦਰ ਦੇ ਦਰਦ ਨੂੰ, ਸਾਡੀ ਪੀੜਾ ਨੂੰ ਸਮਝ ਸਕਦਾ ਹੈ। ਜੀਵ ਇਸਤਰੀ ਆਏ ਆ ਕੇ ਕਵੇ ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨਾਏ ਜਿਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ। ਇਹ ਪੰਕਤੀ ਕਿਹਦੇ ਵਿੱਚ ਹੈ? ਗੁਣਵੰਤੀ ਸ਼ਬਦ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੈ, ਜਿੱਥੇ ਮਹਾਰਾਜ ਕਹਿੰਦੇ ਜੋਦੀ ਸੈਂ ਗੁਰ ਸਿੱਖੜਾ। ਉਸ ਗੁਰ ਸਿੱਖੜੇ ਨੂੰ ਆ ਕੇ ਅਸੀਂ ਕਹਿਣਾ ਵੀ ਮੇਰਾ ਆ ਦੁੱਖ ਹੈ ਤੇ ਤੂੰ ਗੁਰੂ ਦਾ ਪਿਆਰਾ ਹੈ, ਤੂੰ ਗੁਰੂ ਦੇ ਪਿਆਰਿਆ, ਮੈਨੂੰ ਗੁਰੂ ਦੇ ਪਿਆਰ ਵਿੱਚ ਚੱਲਣਾ ਸਿਖਾ ਤਾਂ ਕਿ ਮੇਰੀ ਜ਼ਿੰਦਗੀ ਦਾ ਦੁੱਖ ਮੁੱਕ ਜਾਏ। ਇਸ ਲਈ ਸਾਹਿਬ ਜੀ ਕਹਿੰਦੇ ਆ, ਜੀਵ ਇਸਤਰੀ ਨੇ ਆਖਿਆ ਵੀ ਕਈ ਸੁਹਾਗਣ ਬਣ ਕੇ ਪ੍ਰਭੂ ਚਰਨਾਂ ਦੇ ਵਿੱਚ ਖੁਸ਼ੀਆਂ ਜੀਵ ਇਸਤਰੀਆਂ ਮਾਣਦੀਆਂ ਨੇ, ਪਰ ਹਉ ਕੈ ਦਰ ਪੁੱਛੋਂ ਜਾਏ, ਮੈਂ ਕਿਹਦੇ ਦਰ ਤੇ ਜਾਵਾਂ। ਤਾਂ ਗੁਰੂ ਸਾਹਿਬ ਨੇ ਕਿਹਾ ਸੀ, ਸਤਿਗੁਰ ਸੇਵੀ ਭਾਉ ਕਰ। ਤੂੰ ਸੱਚੇ ਗੁਰੂ, ਗੱਲ ਕਰਨ ਲੱਗਾ ਸੀ ਕਿ ਸਤਿਗੁਰੂ ਤੋਂ ਬਿਨਾ ਮਿਲਾਪ ਨਹੀਂ। ਸਾਡੇ ਦੋ ਆਨੰਦ ਕਾਰਜ ਨੇ ਤੇ ਦੋਵੇਂ ਹੀ ਗੁਰੂ ਦੀ ਕਿਰਪਾ ਤੋਂ ਬਿਨਾ ਅਧੂਰੇ ਨੇ। ਬਾਹਰ ਜਿਹੜੇ ਅਸੀਂ ਆਨੰਦ ਕਾਰਜ, ਜਿਹਨੂੰ ਵੱਖ-ਵੱਖ ਨਾਮ ਦਿੱਤੇ ਆ, ਵਿਆਹ ਵੀ ਕਹਿੰਦੇ ਆ, ਜਿਹਨੂੰ ਮੈਰਿਜ ਕਹਿੰਦੇ ਆ, ਪਰ ਗੁਰੂ ਘਰ ਵਿੱਚ ਉਹਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਬਾਹਰ ਦਾ ਵੀ ਸਾਡੇ ਧੀ ਪੁੱਤ ਦਾ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਨਹੀਂ। ਅਸੀਂ ਜਿੰਨੇ ਮਰਜ਼ੀ ਅਡੰਬਰ ਬਾਹਰ ਰਚ ਲਈਏ, ਵਰਮਾਲਾ ਪਾ ਲਈਏ, ਜਿੰਨੇ ਮਰਜ਼ੀ ਮੁੰਦਰੀਆਂ ਪਾ ਲਈਏ, ਸ਼ਗਨ ਵਿਹਾਰ ਕਰ ਲਈਏ, ਪਰ ਉਨਾ ਚਿਰ ਅਧੂਰਾ ਹੈ ਜਿੰਨਾ ਚਿਰ ਗੁਰੂ ਰਾਮਦਾਸ ਜੀ ਦੀਆਂ 4 ਲਾਵਾਂ ਦਾ ਪਾਠ ਉਹਦੇ ਨਾਲ ਨਹੀਂ ਜੁੜਿਆ ਜਾਂਦਾ, ਉਨਾ ਚਿਰ ਆਨੰਦ ਕਾਰਜ ਸੰਪੂਰਨ ਨਹੀਂ। ਇਸੇ ਤਰ੍ਹਾਂ ਸਾਡਾ ਅੰਦਰ ਦਾ ਵੀ ਜਿਹੜਾ ਕਾਰਜ ਹੈ ਪ੍ਰਭੂ ਮਿਲਾਪ ਦਾ, ਸਾਡਾ ਅੰਦਰ ਵੀ ਆਨੰਦ ਕਾਰਜ ਜੀਵ ਇਸਤਰੀ ਦਾ ਪਰਮੇਸ਼ਵਰ ਨਾਲ, ਉਹ ਵੀ ਗੁਰੂ ਤੋਂ ਬਿਨਾ ਨਹੀਂ ਹੋਣਾ, ਸਤਿਗੁਰੂ ਤੋਂ ਬਿਨਾ ਨਹੀਂ ਹੋਣਾ। ਤੇ ਗੁਰੂ ਸਾਹਿਬ ਕਹਿੰਦੇ ਸਤਿਗੁਰੂ ਦੇ ਭਾਣੇ ਵਿੱਚ, ਸਤਿਗੁਰੂ ਦੇ ਪਿਆਰ ਵਿੱਚ ਚੱਲਣਾ ਪੈਣਾ ਹੈ, ਤਾਂ ਜਾ ਕੇ ਤੇਰਾ ਇਹ ਆਨੰਦ ਕਾਰਜ ਜਿਹੜਾ ਇਹ ਸਫਲ ਹੈ, ਤੇਰੇ ਜੀਵਨ 'ਚ ਸਦਾ ਲਈ ਖੁਸ਼ੀਆਂ ਨੇ। ਜਿਹੜਾ ਕਰਮ ਤੈਨੂੰ ਦਿੱਤਾ ਹੈ ਨਾ, ਪਹਿਲੇ ਕਦਮ ਵਿੱਚ ਤੂੰ ਉਹ ਕਰਮ ਆਪਣੇ ਅੰਦਰ ਦ੍ਰਿੜ ਕਰ। ਹਰ ਪਹਿਲਣੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਜਿਹੜਾ ਤੈਨੂੰ ਦ੍ਰਿੜ ਕਰਵਾਇਆ ਨਾ ਕਰਮ, ਤੂੰ ਉਹ ਕਰਮ ਕਰ, ਫਿਰ ਤੈਨੂੰ ਪਰਮੇਸ਼ਵਰ ਦੇ ਮਿਲਾਪ ਦੀ ਅੰਦਰ ਲਾਲਸਾ ਪੈਦਾ ਹੋਏਗੀ। ਅਸਨ ਪ੍ਰੇਮ ਉਮਾਹੜਾ ਕਿਉਂ ਮਿਲਿਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਇਹ ਅਵਸਥਾ ਤਾਂ ਬਣੇਗੀ ਜੋ ਸਤਿਗੁਰੂ ਜੀ ਕਰਮ ਕਰਨ ਨੂੰ ਕਹਿੰਦੇ ਆ, ਉਹ ਕਰਮ ਕਰ। ਉਹ ਕਿਵੇਂ ਹੋਏਗਾ? ਗੁਰੂ ਸਾਹਿਬ ਦੇ ਪਿਆਰ ਵਿੱਚ ਚੱਲ ਕੇ। ਜਿੰਨਾ ਚਿਰ ਸਾਡਾ ਗੁਰੂ ਨਾਲ ਪਿਆਰ, ਸਤਿਗੁਰੂ ਨਾਲ ਪਿਆਰ ਨਹੀਂ ਬਣੇਗਾ, ਅਸੀਂ ਗੁਰਬਾਣੀ ਅਨੁਸਾਰ ਚੱਲ ਹੀ ਨਹੀਂ ਸਕਦੇ। ਗੁਰਬਾਣੀ ਅਨੁਸਾਰ ਤਾਂ ਹੀ ਚੱਲਾਂਗੇ ਜੇ ਸਾਡਾ ਗੁਰੂ ਨਾਲ ਪਿਆਰ ਹੋਏਗਾ, ਤੇ ਸਤਿਗੁਰੂ ਤੋਂ ਬਿਨਾ ਮਿਲਾਪ ਨਹੀਂ। ਇਹ ਦੂਜੀ ਗੱਲ ਛੱਡ ਹੀ ਦਈਏ ਕਿ ਸਤਿਗੁਰੂ ਤੋਂ ਬਿਨਾ ਮਿਲਾਪ ਹੋਣਾ ਹੀ ਕੋਈ ਨਹੀਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹੋਮੇ ਰੋਗ। ਜਿਵੇਂ ਬਾਹਰੋਂ ਸਾਡੀ ਧੀ ਨੂੰ ਜਦੋਂ ਵਿਆਹਣਾ ਹੋਵੇ ਤੇ ਸੋਹਣਾ ਵਰ ਆਉਂਦਾ ਵਿਆਹਣ ਲਈ, ਤੇ ਉਹਨੂੰ ਸ਼ਿੰਗਾਰਿਆ ਜਾਂਦਾ ਨਾ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਆ ਮੈਂ ਤੈਨੂੰ ਸ਼ਿੰਗਾਰ ਦਿਆਂ ਤਾਂ ਕਿ ਤੇਰਾ ਪ੍ਰਭੂ ਨਾਲ ਮਿਲਾਪ ਹੋ ਜਾਏ। ਕੱਟੇ ਹੋਮੇ ਰੋਗ, ਇਹ ਸ਼ਿੰਗਾਰਿਆ ਸਤਿਗੁਰੂ ਨੇ।
ਜਦੋਂ ਇਸ ਤਰ੍ਹਾਂ ਦਾ ਸ਼ਿੰਗਾਰ ਕਰਕੇ ਹਉਮੈ ਦਾ ਰੋਗ ਕੱਟ ਦਿੱਤਾ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਇਸ ਲਈ ਕਹਿ ਰਹੇ ਆ, ਕਹਿਣ ਲੱਗੇ ਵੀ ਕਈ ਜੀਵ ਇਸਤਰੀਆਂ ਸੁਹਾਗਣ ਬਣ ਕੇ ਪਿਆਰੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਖੁਸ਼ੀਆਂ ਮਾਣਦੀਆਂ ਨੇ, ਪਰ ਮੈਂ ਕਿਹਦੇ ਦਰ ਤੇ ਪੁੱਛਾਂ? ਕਹਿੰਦੇ ਸਤਿਗੁਰ ਸੇਵੀ ਭਾਉ ਕਰ। ਤੂੰ ਸਤਿਗੁਰੂ ਦੇ ਦਰ ਤੇ ਆ ਔਰ ਬੜੇ ਭਾਵਨਾ ਦੇ ਨਾਲ ਸਤਿਗੁਰੂ ਦੇ ਦਰ ਤੇ ਸੇਵਾ ਕਰ। ਭਾਵਨਾ ਵਿੱਚ ਜੁੜ ਕੇ ਸੇਵਾ ਵਿੱਚ ਜੁੜ। ਕਹਿੰਦੇ ਨੇ ਫਿਰ ਮੈਂ ਫਿਰ ਦੇਹ ਮਿਲਾਏ, ਤੇ ਸੇਵਾ ਕਰਕੇ ਅਰਦਾਸ ਕਰ ਕਿ ਮੈਨੂੰ ਵਿਛੜੀ ਹੋਈ ਨੂੰ ਪ੍ਰਭੂ ਨਾਲ ਮਿਲਾ ਦਿਓ। ਪਹਿਲਾਂ ਆ ਕੇ ਸੇਵਾ ਕਰ, ਸੇਵਾ ਕਰਕੇ ਆਪਣਾ ਜੀਵਨ ਨਿਮਰਤਾ ਵਾਲਾ ਬਣਾ। ਤੇਰੇ ਅੰਦਰ ਨਿਵਣ ਵਾਲਾ ਗੁਣ ਹੋਵੇ, ਤੇਰੇ ਅੰਦਰ ਖਵਣ ਵਾਲਾ ਗੁਣ ਹੋਵੇ, ਤੇ ਜੇਬਾ ਮਣੀਆਂ ਮੰਤ ਵਾਲਾ ਗੁਣ ਹੋਵੇ। ਆ ਤਿੰਨ ਗੁਣ ਹੋਣੇ ਚਾਹੀਦੇ ਆ ਅੰਦਰ। ਇਹ ਪੈ ਤ੍ਰੈ ਗੁਣ ਜਿਹੜੇ ਨੇ ਅੰਦਰ ਵਸ ਜਾਣ, ਤਾਂ ਫਿਰ ਪਰਮੇਸ਼ਵਰ ਦੀ ਪ੍ਰਾਪਤੀ ਹੋਣੀ। ਹੁਣ ਉਹ ਤਿੰਨ ਗੁਣ ਬਣਨੇ ਕਿਵੇਂ ਆ? ਨਿਵਣ ਗੁਣ, ਖਵਣ ਗੁਣ, ਜੀਭਾ ਦੇ ਵਿੱਚ ਮਿਠਾਸ ਆ ਜਾਏ। ਇਹ ਤਿੰਨ ਗੁਣ ਕਿਵੇਂ ਬਣਨਗੇ? ਸਤਿਗੁਰੂ ਦੀ ਸੇਵਾ ਕਰਕੇ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਭੈਣੇ ਦਾ ਅਰਥ ਹੈ ਜੀਵ ਇਸਤਰੀਏ। ਸੁਰਤ ਕਹਿ ਰਹੀ ਹੈ, ਭੈਣ ਕੌਣ ਕਹਿ ਰਿਹਾ ਹੈ? ਇਹ ਸੁਰਤ ਕਹਿ, ਸੁਰਤ ਜਿਹੜੀ ਹੈ ਇਹ ਜੀਵ ਇਸਤਰੀ ਵਾਚਕ ਹੈ। ਸੁਰਤ ਕਹਿੰਦਾ ਨਹੀਂ, ਸੁਰਤ ਕਹਿੰਦੀ ਹੈ। ਤੇ ਸ਼ਬਦ ਤੇ ਸੁਰਤ ਦਾ ਸੁਮੇਲ ਹੈ। ਸੁਰਤ ਕਹਿੰਦੀ ਹੈ ਜੀਵ ਇਸਤਰੀ ਨੂੰ, ਭੈਣੇ ਤੂੰ ਆ ਤਿੰਨ ਗੁਣ ਆਪਣੇ ਅੰਦਰ ਗ੍ਰਹਿਣ ਕਰ, ਤੈਨੂੰ ਕੰਤ ਪਰਮੇਸ਼ਵਰ ਦੀ ਪ੍ਰਾਪਤੀ। ਪਰ ਉਹ ਤਿੰਨ ਗੁਣ ਆਉਣਗੇ ਕਿੱਥੋਂ? ਸਤਿਗੁਰੂ ਦੇ ਪਿਆਰ ਵਿੱਚ ਚੱਲ ਕੇ। ਉਹ ਤਿੰਨ ਗੁਣ ਕਿੱਥੋਂ ਆਉਣਗੇ? ਸਤਿਗੁਰੂ ਦੀ ਸੇਵਾ ਵਿੱਚ ਜੁੜ ਕੇ। ਭਾਵਨਾ ਨਾਲ ਸੇਵਾ ਕਰੀਏ, ਸਤਿਗੁਰ ਕੀ ਸੇਵਾ ਸਫਲ ਹੈ। ਸਭ ਕਹਿੰਦੇ ਉਹ ਸਫਲ ਹੈ, ਕਦੇ ਅਸਫਲ ਨਹੀਂ ਹੁੰਦੀ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹੋਮੈ ਵਿੱਚੋਂ ਜਾਏ। ਤੇ ਗੁਰੂ ਸਾਹਿਬ ਕਹਿੰਦੇ ਕੀ ਕਰ? ਸਤਿਗੁਰ ਸੇਵੀ ਭਾਉ। ਤੂੰ ਸਤਿਗੁਰੂ ਦੀ ਸੇਵਾ ਭਾਉ ਕਰ, ਭਾਵਨਾ ਵਿੱਚ ਪਿਆਰ ਵਿੱਚ ਭਿੱਜ ਕੇ ਸੇਵਾ ਕਰ। ਤੇ ਫਿਰ ਅਰਦਾਸ ਕਰ, ਮੈਂ ਫਿਰ ਦੇਹ ਮਿਲਾਏ। ਮੈਨੂੰ ਵਿਛੜੀ ਹੋਈ ਜੀਵ ਇਸਤਰੀ ਨੂੰ ਇਹ ਸਤਿਗੁਰੂ ਜੀ ਆਪਣੇ ਪਿਆਰ ਵਿੱਚ, ਭਾਵ ਹੁਕਮ ਵਿੱਚ, ਭਾਣੇ ਵਿੱਚ ਚਲਾ ਕੇ ਤੇ ਮੈਨੂੰ ਪਿਆਰੇ ਪ੍ਰਭੂ ਨਾਲ ਮਿਲਾ ਦੇਵੋ। ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ। ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ। ਹੁਣ ਇੰਨੀ ਕੁ ਤਾਂ ਸੋਝੀ ਆ ਗਈ। ਸਤਿਗੁਰੂ ਦੇ ਦਰ ਤੇ ਆ ਕੇ ਜਿਹਨੇ ਪੁਕਾਰ ਕੀਤੀ ਨਾ ਵੀ ਮੈਨੂੰ ਮੇਰੇ ਪਿਆਰੇ ਪ੍ਰਭੂ ਨਾਲ ਮਿਲਾ ਦਿਓ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮਿਲੋ ਰਾਮ ਚਾਰ ਕੁੰਟ ਦਹਿ ਦਿਸ਼ ਭ੍ਰਮੇ ਥਕ ਆਏ, ਪ੍ਰਭ ਕੀ ਸਾਮ। ਹੁਣ ਇਹ ਪੁਕਾਰ ਕਰਨ ਵਾਲੀ ਜਾਗਰਤਾ ਤੇ ਅੰਦਰ ਆ ਗਈ। ਫਿਰ ਸਤਿਗੁਰੂ ਨੇ ਪੁੱਛਿਆ ਵੀ ਪ੍ਰਭੂ ਦੇ ਮਿਲਾਪ ਦੀ ਇੰਨੀ ਤੜਪ ਕਿਉਂ? ਤੇ ਫਿਰ ਅੱਗੋਂ ਜਵਾਬ ਕੀਤਾ, ਕਹਿੰਦੇ ਸਭ ਉਪਾਏ ਆਪੇ ਵੇਖੈ। ਇੰਨੀ ਸਮਝ ਆ ਗਈ ਕਿ ਸਾਰੇ ਜੀਵ ਇਸਤਰੀਆਂ ਨੂੰ ਉਹਨੇ ਆਪ ਪੈਦਾ ਕੀਤਾ ਹੈ, ਔਰ ਵੱਖ-ਵੱਖ ਉਹਨਾਂ ਨੂੰ ਸਰੀਰ, ਵੱਖ-ਵੱਖ ਜੂਨਾਂ ਉਹਨਾਂ ਨੂੰ ਦਿੱਤੀਆਂ, ਤੇ ਸਭ ਤੋਂ ਉੱਤਮ ਜਨਮ ਮਨੁੱਖ ਦਾ ਦਿੱਤਾ, ਜਿਹਨੂੰ ਮਨ ਦੇ ਰਾਹੀਂ ਸਮਝ ਆਈ ਕਿ ਇਹ ਮਨੁੱਖਾ ਜਨਮ ਪਰਮੇਸ਼ਵਰ ਦੇ ਮਿਲਾਪ ਵਾਸਤੇ ਹੈ। ਪਰ ਇਸ ਜਨਮ ਵਿੱਚ ਰੁਕਾਵਟ ਕਿਹਨੇ ਪਾ ਦਿੱਤੀ? ਆ ਬਾਹਰ ਦਾ ਹੱਸਣਾ ਖੇਡਣਾ ਖਾਣਾ ਪੀਣਾ ਜਿਹੜਾ ਸੀ ਨਾ, ਇਹਨੇ ਰੁਕਾਵਟ ਪਾ ਦਿੱਤੀ। ਇਹਨੇ ਅੱਗੇ ਚੱਲਣ ਹੀ ਨਹੀਂ ਦਿੱਤਾ। ਨਾ ਚੱਲਣ ਕਰਕੇ ਸਾਡਾ ਜੀਵਨ ਉੱਥੇ ਹੀ ਰੁਕ ਗਿਆ। ਵਿਛੋੜਾ ਮਿਲਾਪ ਵਿੱਚ ਨਹੀਂ ਬਦਲਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧਰਿਗ ਜੀਵਨ ਨਹੀਂ ਰਹਿਣਾ। ਅਸੀਂ ਦੁਹਾਗਣ ਕਿਵੇਂ ਬਣ ਗਏ? ਪਰਮੇਸ਼ਵਰ ਨੇ ਜਦੋਂ ਜਨਮ ਦਿੱਤਾ ਸੀ ਉਦੋਂ ਅੰਦਰ ਕੋਈ ਦੁਹਾਗਣ ਵਾਲਾ ਗੁਣ ਨਹੀਂ ਸੀ, ਕੋਈ ਅਵਗਣ ਨਹੀਂ ਸੀ ਅੰਦਰ। ਜਿਵੇਂ ਜਿਵੇਂ ਸਮਾਜ ਵਿੱਚ ਵਿਚਰਦੇ ਗਏ, ਤਿਵੇਂ ਤਿਵੇਂ ਮੋਹ ਮਾਇਆ ਦੇ ਜਾਲ ਵਿੱਚ ਫਸਦੇ ਗਏ,
ਜਿਵੇਂ ਜਿਵੇਂ ਮੋਹ ਮਾਇਆ 'ਚ ਫਸਦੇ ਗਏ ਤਿਵੇਂ ਤਿਵੇਂ ਖਾਣਾ ਪੀਣਾ ਹੱਸਣਾ ਸੌਣਾ ਹੀ ਚੇਤੇ ਰਹਿ ਗਿਆ। ਬਾਕੀ ਪਰਮੇਸ਼ਵਰ ਭੁੱਲ ਗਿਆ। ਖਸਮ ਵਿਸਾਰ, ਜਦੋਂ ਖਸਮ ਨੂੰ ਵਿਸਾਰ ਦਿੱਤਾ ਖੁਵਾਰੀ ਪੱਲੇ ਪੈ ਗਈ, ਧ੍ਰਿਗ ਹੋ ਗਿਆ ਜੀਵਨ। ਇਹ ਸੁਹਾਗਣ ਬਣਨਾ ਸੀ ਦੁਹਾਗਣ ਬਣ ਗਿਆ, ਇਹ ਸੁਚੱਜੀ ਬਣਨੀ ਸੀ ਕੁਚੱਜੀ ਬਣ ਗਈ। ਹੁਣ ਜਿਹੜਾ ਸੁਹਾਗਣ ਦੇ ਰੂਪ ਵਿੱਚ ਸੀ ਉਹ ਤੇ ਗੁਰਮੁਖ ਲਾਹਾ ਲੈ ਗਏ, ਪਰ ਜਿਹੜਾ ਦੁਹਾਗਣ ਸੀ ਕੁਚੱਜੀ ਰਹਿ ਗਈ। ਉਹ ਮਨਮੁਖ ਚੱਲੇ ਮੂਲ ਗਵਾਏ ਜੀ, ਉਹ ਆਪਣਾ ਮੂਲ ਵੀ ਗਵਾ ਗਈ। ਫਿਰ ਵਿਛੋੜਾ ਉਸੇ ਤਰ੍ਹਾਂ ਹੀ ਬਣਿਆ ਰਹਿ ਗਿਆ। ਅਸੀਂ ਇਸ ਜਨਮ ਵਿੱਚ ਗੁਰੂ ਵਾਲੇ ਕਿਉਂ ਬਣਨਾ ਹੈ, ਕਿਉਂ ਸਤਿਗੁਰੂ ਦੇ ਦਰ ਤੇ ਆਉਣਾ ਹੈ? ਕਿਉਂਕਿ ਜਿਹੜੀਆਂ ਖੁਸ਼ੀਆਂ ਸਾਨੂੰ ਚਾਹੀਦੀਆਂ ਨੇ ਉਹ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਣੀਆਂ ਨੇ। ਇਸ ਲਈ ਸਾਹਿਬ ਜੀ ਕਹਿੰਦੇ ਤੂੰ ਸਤਿਗੁਰੂ ਦੇ ਚਰਨਾਂ 'ਚ ਪਿਆਰ ਨਾਲ ਸੇਵਾ ਕਰ, ਫਿਰ ਅੱਗੇ ਬੇਨਤੀ ਕਰ। ਤੇ ਸਤਿਗੁਰੂ ਜੀ ਨੇ ਪੁੱਛਣਾ ਵੀ ਤੈਨੂੰ ਹੁਣ ਪਿਆਰੇ ਦੀ ਯਾਦ ਕਿਵੇਂ ਆਈ ਮਿਲਾਪ ਲਈ? ਫਿਰ ਅੱਗੋਂ ਆਖਿਆ ਸਭ ਉਪਾਏ ਆਪੇ ਵੇਖੈ। ਇੰਨੀ ਸਮਝ ਆ ਗਈ ਕਿ ਸਾਰੇ ਜੀਵ ਉਹਨੇ ਹੀ ਪੈਦਾ ਕੀਤੇ ਹੋਏ ਨੇ। ਕਿਸ ਨੇੜੇ ਕਿਸ ਦੂਰ ਹੈ, ਕਈਆਂ ਦੇ ਉਹ ਨੇੜੇ ਹੈ ਤੇ ਕਈਆਂ ਤੋਂ ਦੂਰ ਹੈ। ਪਰ ਇਹ ਵੀ ਸਮਝ ਆ ਗਈ ਵੀ ਕਿਉਂ ਹੈ, ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ। ਇਹ ਸਾਡੇ ਆਪਣੇ ਕਰਮ ਦਾ ਨਤੀਜਾ ਹੈ ਕਿ ਕਈਆਂ ਦੇ ਨੇੜੇ ਹੈ ਤੇ ਕਈਆਂ ਤੋਂ ਬਹੁਤ ਦੂਰ ਹੈ। ਜਿਨ੍ਹਾਂ ਦੇ ਨੇੜੇ ਹੈ ਉਹ ਕਦੇ ਵੀ ਮਾੜਾ ਰਾਹ ਨਹੀਂ ਚੁਣਦੇ, ਮਾੜੀ ਸੰਗਤ ਨਹੀਂ ਕਰਦੇ, ਮਾੜੇ ਕਰਮ ਨਹੀਂ ਕਰਦੇ, ਕਿਉਂਕਿ ਉਹਨੂੰ ਪਤਾ ਹੈ ਕਿ ਪ੍ਰਭ ਨੇਰਹੂ ਤੇ ਨੇਰਿਆ। ਉਹ ਹਰ ਖਬਰ ਰੱਖਦਾ ਹੈ ਮੇਰੀ, ਉਹਦੇ ਤੋਂ ਕੁਛ ਲੁਕਾਇਆ ਛੁਪਾਇਆ ਨਹੀਂ ਜਾ ਸਕਦਾ। ਤੇ ਜਿਨ੍ਹਾਂ ਤੋਂ ਦੂਰ ਹੈ ਉਹ ਕਿ ਪਾਪ ਕਰਨ ਵਾਲਾ ਕਹਿੰਦਾ ਮੈਨੂੰ ਕਿਹੜਾ ਰੱਬ ਦੇਖਦਾ ਹੈ, ਬੁਰਾ ਕਰਮ ਕਰਨ ਵਾਲਾ ਕਹਿੰਦਾ ਮੈਨੂੰ ਕਿਹੜਾ ਰੱਬ ਦੇਖਦਾ ਹੈ, ਕਿਉਂਕਿ ਉਹਨੂੰ ਸਮਝ ਨਹੀਂ ਨਾ, ਉਹਦੀ ਸੋਚ ਮੰਡਲ ਤੋਂ ਪਰੇ ਹੈ ਪਰਮੇਸ਼ਵਰ। ਹਾਲਾਂਕਿ ਇਹ ਸਾਡੀ ਜੀਵਨ 'ਚ ਭੁਲੇਖਾ ਹੈ, ਕਈਆਂ ਦੇ ਨੇੜੇ ਕਈਆਂ ਦੇ ਦੂਰ। ਅਸਲ ਵਿੱਚ ਪਰਮਾਤਮਾ ਪਰਮੇਸ਼ਵਰ ਹੈ ਸਾਰਿਆਂ ਦੇ ਅੰਗ ਸੰਗ ਹੈ। ਪਰ ਸੁਹਾਗਣ ਨੂੰ ਸਮਝ ਆ ਗਈ ਕਿ ਮੇਰੇ ਨੇੜੇ ਹੈ, ਦੁਹਾਗਣ ਨੂੰ ਸਮਝ ਆਈ ਕਿ ਉਹ ਬੜੀ ਦੂਰ ਹੈ। ਇਸ ਲਈ ਕਹਿ ਰਹੇ ਵੀ ਇੰਨੀ ਕੁ ਜਾਗਰਤਾ ਤੇ ਆ ਗਈ ਹੈ ਵੀ ਉਹ ਆਪ ਹੀ ਸਾਰੇ ਜੀਆਂ ਨੂੰ ਪੈਦਾ ਕਰਦਾ ਹੈ, ਆਪ ਹੀ ਵੇਖਦਾ ਹੈ। ਕਈਆਂ ਦੇ ਨੇੜੇ ਹੈ, ਕਈਆਂ ਦੇ ਦੂਰ ਹੈ, ਕਈਆਂ ਨੂੰ ਦੂਰ ਮਹਿਸੂਸ ਹੁੰਦਾ, ਕਈਆਂ ਨੂੰ ਨੇੜੇ। ਜਿਨ ਪਿਰ ਸੰਗੇ ਜਾਣਿਆ, ਪਰ ਇਹਨਾਂ ਦੋਵਾਂ ਵਿੱਚੋਂ ਤੀਸਰਾ ਉਹ ਹੈ ਜਿਹਨੇ ਅੰਗ ਸੰਗ ਜਾਣਿਆ, ਜਿਹਨੇ ਇਹ ਜਾਣ ਲਿਆ ਵੀ ਜੈ ਜੈ ਪੇਖੋਂ ਤਹ ਹਜੂਰ ਦੂਰ ਕਤਹੁ ਨਾ ਜਾਈ। ਵੀ ਜਿੱਧਰ ਵੇਖਾਂ ਉਧਰ ਹੀ ਮੇਰਾ ਮਾਲਕ ਹੈ, ਮੈਂ ਜਿੱਧਰ ਮੂੰਹ ਘਮਾਵਾਂ ਉਧਰ ਹੀ ਪਰਮੇਸ਼ਵਰ ਹੈ। ਅੰਗ ਸੰਗੇ, ਮੇਰੇ ਹਰ ਵੇਲੇ ਅੰਗ ਸੰਗ, ਮੇਰੇ ਹਰ ਵੇਲੇ ਉਹ ਨਾਲ ਹੈ। ਤੇ ਜਿਨ੍ਹਾਂ ਨੇ ਫਿਰ ਪਿਰ ਨੂੰ ਪਤੀ ਪਰਮੇਸ਼ਵਰ ਨੂੰ ਅੰਗ ਸੰਗ ਜਾਣਿਆ, ਪਿਰ ਰਾਵੈ ਸਦਾ ਹਜੂਰ। ਉਹ ਫਿਰ ਜਾਣਦੇ ਨੇ, ਮੰਨਦੇ ਨੇ ਪਰਮੇਸ਼ਵਰ ਨੂੰ ਕਿ ਹਰ ਥਾਂ ਤੇ ਹਾਜ਼ਰ ਹੈ, ਕਿਤੇ ਵੀ ਪਰਮੇਸ਼ਵਰ ਗੈਰ ਹਾਜ਼ਰ ਨਹੀਂ ਹੁੰਦਾ। ਮੈਂ ਭਾਵੇਂ ਪੂਰਬ ਨੂੰ ਮੂੰਹ ਕਰਾਂ ਉਧਰ ਵੀ ਮੇਰਾ ਰੱਬ, ਮੈਂ ਭਾਵੇਂ ਪੱਛਮ ਨੂੰ ਮੂੰਹ ਕਰਾਂ ਇੱਧਰ ਵੀ ਮੇਰਾ ਰੱਬ, ਭਾਵੇਂ ਮੈਂ ਦੱਖਣ ਨੂੰ ਮੂੰਹ ਕਰਾਂ ਉਧਰ ਵੀ ਮੇਰਾ ਰੱਬ ਹੈ। ਮੈਂ ਚਾਰੇ ਪਾਸੇ ਮੂੰਹ ਘੁਮਾਵਾਂ ਤੇ ਜੈ ਜੈ ਪੇਖੋ ਤੈਂ ਹਜੂਰ, ਮੈਨੂੰ ਉਹ ਹਾਜ਼ਰ ਹੀ ਨਜ਼ਰ ਆਉਂਦਾ ਹੈ। ਕਹਿੰਦੇ ਕਈਆਂ ਨੂੰ ਦੂਰ ਨਜ਼ਰ ਆਇਆ, ਕਈਆਂ ਨੂੰ ਨੇੜੇ, ਪਰ ਕਈ ਉਹ ਨੇ ਜਿਨ੍ਹਾਂ ਦੇ ਹਰ ਵੇਲੇ ਅੰਗ ਸੰਗ ਵਸਦਾ ਉਹ ਮਹਿਸੂਸ ਹੁੰਦਾ ਹੈ। ਤੇ ਉਹ ਸੁਹਾਗਣ ਜੀਵ ਇਸਤਰੀਆਂ ਪਿਆਰੇ ਦੇ ਚਰਨਾਂ ਦੀ ਖੁਸ਼ੀਆਂ ਮਾਣਦੀਆਂ ਹਨ। ਸ਼ਬਦ ਰਤੀਆ ਸੁਹਾਗਣੀ, ਸੱਚੇ ਸ਼ਬਦ ਸਿੰਗਾਰ। ਹਰ ਵਰ ਪਾਇਨ ਘਰ ਆਪਣੇ, ਗੁਰ ਕੈ ਹੇਤ ਪਿਆਰ। ਪਹਿਲੇ ਪਦੇ ਦੀ ਅਵਸਥਾ ਨੂੰ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਸੀ ਮੁੰਦੇ ਤੂੰ ਚੱਲ ਗੁਰ ਕੈ ਪਾਏ। ਹੁਣ ਦੂਸਰੇ ਪਦੇ ਵਿੱਚ ਮਹਾਰਾਜ ਜੀ ਕਹਿੰਦੇ ਸ਼ਬਦ ਰਤੀਆਂ, ਸ਼ਬਦ ਵਿੱਚ ਜਿਹੜੀਆਂ ਜੀਵ ਇਸਤਰੀਆਂ ਰਤੀਆਂ ਗਈਆਂ, ਜਿਹਨੂੰ ਸ਼ਬਦ ਦਾ ਰੰਗ ਅੰਦਰ ਚੜ ਗਿਆ, ਰਤੀਆਂ ਜੀਵ ਇਸਤਰੀਆਂ ਰਤੀਆਂ ਗਈਆਂ। ਸੁਹਾਗਣੀ, ਉਹ ਸਦਾ ਸੁਹਾਗਣ ਸ਼ੁਭ ਗੁਣਾਂ ਵਾਲੀਆਂ ਹੋ ਗਈਆਂ।
ਸੱਚਾ ਸ਼ਬਦ ਸ਼ਿੰਗਾਰ। ਤੇ ਉਹਨਾਂ ਨੇ ਝੂਠਾ ਸ਼ਿੰਗਾਰ ਨਹੀਂ ਕੀਤਾ, ਉਹਨਾਂ ਨੇ ਦਿਖਾਵੇ ਵਾਲਾ ਸ਼ਿੰਗਾਰ ਨਹੀਂ ਕੀਤਾ, ਉਹਨਾਂ ਨੇ ਫਿਰ ਸੱਚ ਦਾ ਸ਼ਿੰਗਾਰ ਕੀਤਾ ਹੈ। ਕਿਹਦੇ ਵਿੱਚੋਂ? ਸ਼ਬਦ ਦੇ ਵਿੱਚੋਂ। ਜਿਹੜਾ ਸ਼ਬਦ ਵਿੱਚੋਂ ਸ਼ਿੰਗਾਰ ਹੋਣਾ ਨਾ ਪ੍ਰਭੂ ਨੂੰ ਮਿਲਣ ਦਾ, ਇਹ ਸੱਚਾ ਹੈ। ਤੇ ਜਿਹੜੇ ਅਸੀਂ ਬਾਹਰੋਂ ਸ਼ਿੰਗਾਰ ਕਰ ਰਹੇ ਹਾਂ ਧਰਮ ਦੇ ਨਾਂ ਤੇ, ਮਾਫ ਕਰਨਾ, ਇਹ ਝੂਠੇ ਨੇ ਸ਼ਿੰਗਾਰ। ਇਹ ਤਾਂ ਪਲ ਭਰ ਦੇ ਲਈ ਨੇ। ਸਵੇਰੇ ਬੰਦਾ ਕੁਝ ਹੋਰ ਹੁੰਦਾ ਹੈ, ਦੁਪਹਿਰੇ ਕੁਝ ਹੋਰ, ਤੇ ਰਾਤੀ ਕੁਝ ਹੋਰ ਬਣ ਜਾਂਦਾ ਹੈ। ਇਹ ਸ਼ਿੰਗਾਰ ਤਾਂ ਸਿਰਫ ਇੱਕ ਦਿਖਾਵੇ ਵਾਸਤੇ ਹੈ। ਤਾਂ ਹੀ ਤੇ ਆਖਿਆ ਸੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਤੁਸੀਂ ਇਦਾਂ ਦੇ ਲੱਖਾਂ ਸ਼ਿੰਗਾਰ ਧਰਮ ਦੇ ਨਾਂ ਤੇ ਬਣਾਓ, ਪਰ ਕਾਰਜ ਨਹੀਂ ਸਫਲ ਹੋਣਾ। ਤੇ ਜੇ ਕਾਰਜ ਨਹੀਂ ਸਫਲ ਹੋਇਆ, ਫਿਰ ਸ਼ਿੰਗਾਰ ਦਾ ਕੀ ਲਾਭ ਹੋਇਆ? ਇੱਕ ਸ਼ਿੰਗਾਰ ਉਹ ਕਰੋ ਜਿਹਦੇ ਨਾਲ ਤੁਹਾਨੂੰ ਕਾਮਯਾਬੀ ਮਿਲ ਜਾਏ। ਉਹ ਸ਼ਿੰਗਾਰ ਹੋਣਾ ਸ਼ਬਦ ਦੇ ਵਿੱਚ ਜੁੜ ਕੇ। ਗੁਰਬਾਣੀ ਵੀ ਸਾਨੂੰ ਸ਼ਿੰਗਾਰਦੀ ਹੈ, ਗੁਰਬਾਣੀ ਵੀ ਸਾਨੂੰ ਸ਼ਿੰਗਾਰ ਦਿੰਦੀ ਹੈ, ਸੁੰਦਰ ਸ਼ਿੰਗਾਰ ਦਿੰਦੀ ਹੈ। ਆ ਬਾਹਰੋਂ 5 ਕਕਾਰ, ਇਹ ਸ਼ਿੰਗਾਰ ਦੀਆਂ ਹੀ ਨਿਸ਼ਾਨੀਆਂ ਨੇ। ਇਹ ਸ਼ਿੰਗਾਰ ਦੀਆਂ ਹੀ ਸਾਡੀ ਖੂਬਸੂਰਤੀ ਇਹਨਾਂ 5 ਕਕਾਰਾਂ ਨਾਲ ਹੋਰ ਵੱਧ ਜਾਂਦੀ ਹੈ। ਪਰ ਜਿਹੜੇ ਦੁਨੀਆ ਦੇ ਰੰਗਾਂ 'ਚ ਰੰਗੇ ਆ, ਉਹ ਕਹਿੰਦੇ ਨਹੀਂ, 5 ਕਕਾਰ ਨਾਲ ਸਾਡੀ ਖੂਬਸੂਰਤੀ ਵੱਧਦੀ ਨਹੀਂ, ਘਟਦੀ ਹੈ। ਉਹ ਦੁਹਾਗਣ ਨੇ। ਤੇ ਜਿਹੜੀ ਸੁਹਾਗਣ ਹੈ, ਉਹ ਕਹਿੰਦੀ 5 ਕਕਾਰ ਵਾਲਾ ਸ਼ਿੰਗਾਰ ਕਰਕੇ ਮੇਰੀ ਖੂਬਸੂਰਤੀ ਵੱਧਦੀ ਹੈ। ਇਸ ਲਈ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਸ਼ਬਦ ਵਿੱਚ ਆਪਣੇ ਆਪ ਨੂੰ ਰੰਗ ਲਿਆ, ਉਹ ਸੁਹਾਗਣੀਆਂ ਨੇ। ਤੇ ਸੱਚਾ ਸ਼ਬਦ ਸ਼ਿੰਗਾਰ, ਉਹਨਾਂ ਦਾ ਸ਼ਿੰਗਾਰ ਵੀ ਸੱਚ ਦੇ ਸ਼ਬਦ ਰਾਹੀਂ ਹੁੰਦਾ ਹੈ। ਹਰ ਵਰ ਪਾਇਨ ਘਰ ਆਪਣੇ, ਗੁਰ ਕੈ ਹੇਤ ਪਿਆਰ। ਜਿਨ੍ਹਾਂ ਨੇ ਗੁਰੂ ਦੇ ਪਿਆਰ ਵਿੱਚ ਚੱਲਣਾ ਕੀਤਾ, ਗੁਰੂ ਦੇ ਭਾਣੇ ਹੁਕਮ ਵਿੱਚ ਚੱਲਣਾ ਕੀਤਾ, ਉਹਨਾਂ ਨੇ ਫਿਰ ਘਰ ਦੇ ਅੰਦਰ ਹੀ ਵਰ ਪਾ ਲਿਆ। ਕਈਆਂ ਨੂੰ ਜੰਗਲ ਵਿੱਚ ਜਾ ਕੇ ਵੀ ਰੱਬ ਨਾ ਮਿਲਿਆ, ਕਈਆਂ ਨੂੰ ਪੁੱਠੇ ਲਟਕ ਕੇ ਵੀ ਰੱਬ ਨਾ ਮਿਲਿਆ, ਕਈਆਂ ਨੂੰ ਵਰਤ ਰੱਖ ਕੇ ਭੁੱਖਣ ਭਾਣੇ ਰਹਿ ਕੇ ਵੀ ਰੱਬ ਨਾ ਮਿਲਿਆ, ਕਈਆਂ ਨੂੰ ਸਰੀਰ ਨੂੰ ਤਪਾ ਕੇ ਵੀ ਰੱਬ ਨਾ ਮਿਲਿਆ, ਕਈਆਂ ਨੂੰ ਤੀਰਥਾਂ ਦੇ ਕੰਢੇ ਤੇ ਬੈਠ ਕੇ ਵੀ ਸਾਰੀ ਜ਼ਿੰਦਗੀ ਰੱਬ ਨਾ ਮਿਲਿਆ। ਤੇ ਜਿਹੜੇ ਗੁਰੂ ਦੇ ਪਿਆਰ ਵਿੱਚ ਚੱਲੇ, ਉਹਨਾਂ ਨੂੰ ਘਰ ਦੇ ਅੰਦਰ ਹੀ ਰੱਬ ਮਿਲ ਗਿਆ। ਘਰ ਕਿਹੜਾ ਹੈ? ਆ ਸਰੀਰ, ਹਿਰਦਾ। ਇਸ ਹਿਰਦੇ ਅੰਦਰ ਹੀ ਰੱਬ ਦੀ ਪ੍ਰਾਪਤੀ ਹੋ ਗਈ। ਉਹਨਾਂ ਨੂੰ ਪੁੱਠੇ ਲਟਕਣ ਦੀ ਲੋੜ ਨਹੀਂ ਪਈ, ਤਪ ਵੱਖਰਾ ਕਰਨ ਦੀ ਲੋੜ ਨਹੀਂ ਪਈ, ਧੂਣੀਆਂ ਬਾਲਣ ਦੀ ਲੋੜ ਨਹੀਂ ਪਈ, ਵਰਤ ਰੱਖਣ ਦੀ ਲੋੜ ਨਹੀਂ ਪਈ। ਉਹਨਾਂ ਨੂੰ ਫਿਰ ਜੰਗਲ ਵਿੱਚ ਜਾ ਕੇ ਗ੍ਰਸਤ ਪਰਿਵਾਰ ਤਿਆਗਣ ਦੀ ਲੋੜ ਨਹੀਂ ਪਈ, ਉਹਨਾਂ ਨੂੰ ਸਰਦੀ ਗਰਮੀ ਸਹਾਰਨ ਦੀ ਲੋੜ ਨਹੀਂ ਪਈ। ਬਸ ਗੁਰੂ ਦੇ ਭਾਣੇ 'ਚ ਪਿਆਰ ਵਿੱਚ ਚੱਲੇ ਤੇ ਘਰ ਦੇ ਅੰਦਰ ਹਿਰਦੇ ਵਿੱਚ ਹੀ ਰੱਬ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੀ ਪਹਿਲੇ ਇਹੀ ਸੀ ਕਿ ਤੈਨੂੰ ਜੇ ਪਿਆਰੇ ਦਾ ਮਿਲਾਪ ਹੋਣਾ ਤੇ ਘਰ ਦੇ ਅੰਦਰੋਂ ਹੀ ਹੋਣਾ। ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕੀਤੀ ਕਿਵੇਂ ਮਿਲਾਪ ਹੋਵੇ, ਤੇ ਮਹਾਰਾਜ ਕਹਿੰਦੇ ਪਹਿਲਾਂ ਤੇ ਬਾਹਰੋਂ ਟੋਲਣਾ, ਬਾਹਰੋਂ ਲੱਭਣਾ, ਉਹਨੂੰ ਛੱਡ ਕੇ ਅੰਦਰ ਝਾਤੀ ਮਾਰਨੀ ਸਿੱਖ। ਕਿਉਂਕਿ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਈ। ਤੈਨੂੰ ਭਰਮ ਵਿੱਚੋਂ ਹੀ ਤੇ ਕੱਢਣਾ, ਤੇਰੀ ਭਟਕਣਾ ਨੂੰ ਵਧਾਉਣਾ ਨਹੀਂ, ਘਟਾਉਣਾ ਹੈ। ਤੇ ਜਿਹੜੇ ਗੁਰੂ ਦੇ ਪਿਆਰ ਵਿੱਚ ਚੱਲੇ, ਗੁਰ ਕੈ ਹੇਤ ਪਿਆਰ ਵਿੱਚ ਚੱਲੇ, ਕਹਿੰਦੇ ਹਰ ਵਰ ਪਾਇਨ ਘਰ ਆਪਣੇ, ਉਹਨਾਂ ਨੇ ਸੋਹਣੇ ਵਰ ਵਾਹਿਗੁਰੂ ਪਰਮੇਸ਼ਵਰ ਦੇ ਰੂਪ ਵਿੱਚ ਜੀਵ ਇਸਤਰੀ ਆਤਮਾ ਨੇ ਘਰ ਦੇ ਵਿੱਚ ਹੀ ਪਿਆਰੇ ਨੂੰ ਪਾ ਲਿਆ। ਸੇਜ ਸੁਹਾਵੀ ਹਰ ਰੰਗ ਰਵੈ, ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਬਸੈ ਦੇ ਆਧਾਰ। ਤੇ ਜਿਨ੍ਹਾਂ ਨੂੰ ਗੁਰੂ ਦੇ ਪਿਆਰ ਵਿੱਚ ਚੱਲਦਿਆਂ ਹਿਰਦੇ ਵਿੱਚੋਂ ਪਿਆਰੇ ਪ੍ਰਭੂ ਦੀ ਪ੍ਰਾਪਤੀ ਹੋ ਗਈ। ਸੇਜ ਸੁਹਾਵੀ ਹਰ ਰੰਗ, ਉਹ ਫਿਰ ਉਹਨਾਂ ਦੀ ਹਿਰਦੇ ਰੂਪੀ ਸੇਜਾ ਸੁਹਾਵੀ ਹੋ ਗਈ, ਸੋਹਣੀ ਹੋ ਗਈ। ਉਹਨਾਂ ਦੇ ਹਿਰਦਾ ਰੂਪੀ ਸੇਜਾ ਜਿਹੜੀ ਪਹਿਲਾਂ ਦੁੱਖ ਨਾਲ ਭਰੀ ਰਹਿੰਦੀ ਸੀ ਨਾ, ਹੁਣ ਸੋਹਣੀ ਹੋ ਗਈ, ਹੁਣ ਸੁੱਖ ਨਾਲ ਭਰ ਗਈ। ਹੁਣ ਦੁੱਖ ਨੂੰ ਥਾਂ ਹੀ ਕੋਈ ਨਹੀਂ ਅੰਦਰ ਮਿਲਦੀ ਪਈ। ਪਹਿਲਾਂ ਦੁੱਖਾਂ ਨਾਲ ਦਾਮਨ ਭਰਿਆ ਪਿਆ ਸੀ। ਪਹਿਲਾਂ ਸੀ ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ, ਕਿਹਦੇ ਅੱਗੇ ਮੈਂ ਆਪਣੀ ਝੋਲੀ ਅੱਗੇ ਕਰਾਂ।
ਵੀ ਮੇਰੀ ਝੋਲੀ ਦੁੱਖਾਂ ਨਾਲ ਭਰੀ ਪਈ ਹੈ, ਮੇਰੀ ਕੋਈ ਝੋਲੀ ਖਾਲੀ ਕਰਕੇ ਸੁੱਖ ਨਾਲ ਭਰ ਦੇਵੇ। ਤੇ ਜਿਹਦੇ ਅੱਗੇ ਦਾਮਨ ਕੀਤਾ ਉਹ ਆਪਣਾ ਦਾਮਨ ਲੈ ਕੇ ਬਹਿ ਗਿਆ, ਉਹ ਆਪਣੀ ਕੰਠੜੀ ਖੋਲ ਕੇ ਬੈਠ ਗਿਆ। ਪਰ ਜਿਸ ਦਿਨ ਸਤਿਗੁਰੂ ਦੇ ਕੋਲ ਆ ਕੇ ਆਪਣੀ ਝੋਲੀ ਅੱਗੇ ਕਰਕੇ ਆਖਿਆ ਮੇਰਾ ਸਭੋ ਦੁੱਖ ਗਵਾਏ ਜਿਓ, ਤੇ ਸਤਿਗੁਰੂ ਨੇ ਐਸੀ ਕਿਰਪਾ ਸ਼ਬਦ ਦੇ ਰੰਗ ਵਿੱਚ ਰੰਗ ਕੇ ਕਰ ਦਿੱਤੀ ਕਿ ਹੁਣ ਦੁੱਖਾਂ ਨਾਹੀਂ ਜਾਏ, ਕਿਉਂਕਿ ਸੇਜ ਸੁਹਾਵੀ ਸਰਬ ਸੁਖ। ਹੁਣ ਹਿਰਦੇ ਰੂਪੀ ਸੇਜਾ ਸੁੱਖ ਨਾਲ ਭਰ ਗਈ, ਦੁੱਖਾਂ ਨਾਹੀਂ ਜਾਏ। ਹੁਣ ਦੁੱਖ ਨੂੰ ਥਾਂ ਹੀ ਕੋਈ ਨਹੀਂ ਮਿਲਦੀ ਪਈ। ਇਹ ਗੁਰੂ ਦੇ ਪਿਆਰ ਵਿੱਚ ਚੱਲ ਕੇ ਇਹ ਬਖਸ਼ਿਸ਼ ਅੰਦਰ ਬਣੀ। ਸਾਹਿਬ ਕਹਿੰਦੇ ਹੁਣ ਜਦੋਂ ਵਰ ਮਿਲ ਗਿਆ ਸੋਹਣਾ, ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਤੇ ਜਿਹਦੀ ਹਿਰਦੇ ਰੂਪੀ ਸੇਜਾ ਸ਼ੁਭ ਗੁਣਾਂ ਨਾਲ ਭਰਪੂਰ ਆਨੰਦਮਈ ਹੋ ਗਈ, ਉਹ ਹਰੀ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਰੂਹਾਂ ਕਹਿੰਦੇ ਨੇ ਅੰਦਰੋਂ ਇੰਨਾ ਆਨੰਦ ਮਾਣਦੀਆਂ ਨੇ। ਕਿਉਂ? ਕਿਉਂਕਿ ਵਰ ਦੇ ਮਿਲਣ ਨਾਲ ਭਗਤ ਭਰੇ ਭੰਡਾਰ, ਅੰਦਰ ਭਗਤੀ ਦਾ ਖਜ਼ਾਨਾ ਨੱਕੋ ਨੱਕ ਭਰ ਗਿਆ। ਹੁਣ ਅੰਦਰ ਭਗਤੀ ਵਿੱਚ ਕਮੀ ਕੋਈ ਨਹੀਂ ਰਹਿ ਗਈ, ਭੰਡਾਰ ਜਿਹੜੇ ਸੀ ਉਹ ਭਰ ਗਏ, ਖਜ਼ਾਨਾ ਭਰ ਗਿਆ ਭਗਤੀ ਦਾ। ਅਸੀਂ ਤੇ ਹਜੇ ਮੰਗ ਰਹੇ ਹਾਂ, ਹਜੇ ਭਰਿਆ ਨਹੀਂ ਹੈ, ਮਿਲਿਆ ਵੀ ਨਹੀਂ ਹੈ, ਹਜੇ ਤੇ ਮੰਗ ਰਹੇ ਹਾਂ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੇ ਜਿਹੜੇ ਗੁਰੂ ਪਿਆਰ ਵਿੱਚ ਚੱਲੇ ਉਹਨਾਂ ਨੂੰ ਫਿਰ ਭਗਤੀ ਦਾ ਭੰਡਾਰਾ ਮਿਲ ਗਿਆ, ਖਜ਼ਾਨਾ ਮਿਲ ਗਿਆ। ਤੇ ਜਿਨ੍ਹਾਂ ਨੂੰ ਕਹਿੰਦੇ ਨੇ ਪਿਆਰੇ ਵਾਹਿਗੁਰੂ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆਂ ਪਿਆਰੇ ਦੀ ਪ੍ਰਾਪਤੀ ਕਰਕੇ ਭਗਤੀ ਦਾ ਖਜ਼ਾਨਾ ਮਿਲ ਗਿਆ, ਸੋ ਪ੍ਰਭ ਪ੍ਰੀਤਮ ਮਨ ਵਸੈ। ਸੋ ਉਹ ਜਿਹਦੇ ਕੋਲ ਭਗਤੀ ਦਾ ਖਜ਼ਾਨਾ ਸੀ, ਜਿਹੜਾ ਭਗਤੀ ਦੇ ਖਜ਼ਾਨੇ ਦਾ ਮਾਲਕ ਸੀ, ਉਹ ਮਨ ਵਿੱਚ ਵਸਿਆ। ਜੇ ਸਭ ਸਹਿ ਦੇ ਆਧਾਰ, ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਜਿਹਨੂੰ ਦੂਰ ਲੱਗਿਆ ਨਾ ਵੀ ਪਰਮੇਸ਼ਵਰ ਦੂਰ ਹੈ, ਉਹੀ ਡੋਲਦਾ ਹੈ। ਤੇ ਜਿਹਨੂੰ ਪਤਾ ਹੈ ਵੀ ਮੇਰੇ ਅੰਗ ਸੰਗ ਪਰਮੇਸ਼ਵਰ ਹੈ, ਉਹ ਫਿਰ ਡੋਲਦਾ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਪਿਆਰ 'ਚ ਚੱਲੇਗਾ ਮੈਂ ਤੈਨੂੰ ਡੋਲਣ ਨਹੀਂ ਦਿਆਂਗਾ, ਤੈਨੂੰ ਆਸਰਾ ਦਿਆਂਗਾ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਜਿਹਨੇ ਪੈਦਾ ਕੀਤਾ ਉਹੀ ਤੈਨੂੰ ਆਸਰਾ ਦੇਗਾ, ਉਹੀ ਤੇਰਾ ਆਧਾਰ ਬਣੇਗਾ। ਸੁਹਾਗਣ ਜਿਹੜੇ ਗੁਰੂ ਦੇ ਪਿਆਰ ਵਿੱਚ ਚੱਲੀ, ਉਹਦੇ ਮਨ ਵਿੱਚ ਵੀ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਵਰਤੀ, ਤੇ ਉਹ ਸੁਹਾਗਣ ਜੀਵ ਇਸਤਰੀ ਨੂੰ ਪ੍ਰਭੂ ਪ੍ਰੀਤਮ ਦਾ ਮਿਲਾਪ ਹੋਇਆ, ਜੋ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਫਿਰ ਸਲਾਹਨ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਓ, ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾ ਪਾਏ। ਪਿਰ ਸਲਾਹਣ ਆਪਣਾ, ਹੁਣ ਜਿਸ ਸੁਹਾਗਣ ਨੇ ਆਪਣੇ ਪਿਰ ਪਤੀ ਨੂੰ ਪਾ ਕੇ ਪਰਮੇਸ਼ਵਰ ਨੂੰ ਤੇ ਉਹਦੀ ਸਿਫਤ ਸਲਾਹ ਦੇ ਵਿੱਚ ਜੁੜਨਾ ਕੀਤਾ, ਕਹਿੰਦੇ ਤਿਨ ਕੈ ਹਉ ਸਦ ਬਲਿਹਾਰੈ ਜਾਉ, ਤੇ ਉਹਨਾਂ ਤੋਂ ਮੈਂ ਸਦਾ ਹਮੇਸ਼ਾ ਬਲਿਹਾਰੇ ਜਾਵਾਂ। ਕਿੰਨੇ ਭਾਗਾਂ ਵਾਲੀ ਉਹ ਜੀਵ ਇਸਤਰੀ ਹੈ ਜਿਹਨੇ ਇਸ ਮਨੁੱਖਾ ਜਨਮ ਵਿੱਚ ਆ ਕੇ ਗੁਰੂ ਦੇ ਪਿਆਰ ਵਿੱਚ ਚੱਲ ਕੇ ਤੇ ਪਿਆਰੇ ਪ੍ਰਭੂ ਨੂੰ ਪਾ ਲਿਆ। ਉਹਦੇ ਤੋਂ ਬਲਿਹਾਰੇ ਜਾਵਾਂ। ਪਰ ਧਿਆਨ ਰੱਖਿਓ, ਇਹ ਸੁਹਾਗਣ ਵਾਲਾ ਜੀਵਨ ਵਿਰਲੇ ਵਿਰਲੇ ਦਾ ਹੁੰਦਾ ਹੈ। ਬਾਹਰੋਂ ਧਰਮ ਦਾ ਸ਼ਿੰਗਾਰ ਸਾਰਿਆਂ ਨੇ ਕੀਤਾ ਹੈ, ਦਿਖਦੇ ਸਾਰੇ ਹੀ ਸੁਹਾਗਣ ਨੇ, ਪਰ ਅੰਦਰੋਂ ਪਤਾ ਲੱਗਦਾ ਵੀ ਇਹ ਦੁਹਾਗਣ ਹੈ ਕਿ ਸੁਹਾਗਣ ਹੈ। ਕਿਉਂਕਿ ਜਿਹੜਾ ਸ਼ਿੰਗਾਰ ਅੰਦਰੋਂ ਹੋਣਾ ਨਾ ਉਹ ਬਾਹਰੋਂ ਨਹੀਂ ਦਿਸਣਾ, ਜਿਹੜਾ ਬਾਹਰੋਂ ਦਿਸਦਾ ਉਹ ਅੰਦਰੋਂ ਸ਼ਿੰਗਾਰਿਆ ਨਹੀਂ ਹੁੰਦਾ। ਇੱਥੇ ਭੁਲੇਖਾ ਪੈ ਜਾਂਦਾ ਹੈ ਕਈ ਵਾਰੀ। ਤਾਂ ਹੀ ਮਹਾਰਾਜ ਨੇ ਕਿਹਾ ਸੀ ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਜਨ ਤਾਂ ਮੈਨੂੰ ਬੜੇ ਦਿਸਦੇ ਨੇ, ਪਰ ਇਹਨਾਂ ਸਾਰਿਆਂ ਵਿੱਚੋਂ ਕੋਈ ਐਸਾ ਜਨ ਹੈ ਜਿਹੜਾ ਵਾਕਈ ਮੈਨੂੰ ਮੇਰੇ ਪਿਆਰੇ ਨਾਲ ਜੋੜ ਦੇਵੇ। ਤੇ ਉਹਨੂੰ ਕਿਹਾ ਸੀ ਗੁਰ ਸਿੱਖੜਾ। ਉਹ ਗੁਰ ਸਿੱਖੜਾ ਹੈ ਪਿਆਰ ਵਾਲਾ, ਜਿਹਨੇ ਪ੍ਰਭੂ ਨੂੰ ਮਿਲਾਪ ਹਾਸਲ ਕਰਕੇ ਤੇ ਪ੍ਰਭੂ ਨੂੰ ਮਿਲਾਉਣ ਦੀ ਅਵਸਥਾ ਅੰਦਰ ਬਣਾ ਲਈ। ਇਸ ਲਈ ਆਖਿਆ, ਕਹਿਣ ਲੱਗੇ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ, ਉਹਨਾਂ ਤੋਂ ਬਲਿਹਾਰੇ ਜਾਵਾਂ। ਪਿਰ ਸਲਾਹਨ ਆਪਣਾ, ਜਿਹੜੇ ਆਪਣੇ ਪਿਆਰੇ ਦੀ ਸਿਫਤ ਸਲਾਹ ਵਿੱਚ ਜੀਵ ਇਸਤਰੀਆਂ ਜੁੜ ਗਈਆਂ,
ਤਿਨ ਕੈ ਉਹਨਾਂ ਤੋਂ ਹਉ ਮੈਂ ਸਦ ਬਲਿਹਾਰੈ ਜਾਉ। ਔਰ ਸਿਰ ਬਲਿਹਾਰੇ ਨਹੀਂ, ਮਨ ਤਨ ਅਰਪੀ ਸਿਰ ਦੇਈ। ਮੈਂ ਆਪਣਾ ਸਿਰ ਵੀ ਦੇ ਦਿਆਂ, ਮੈਂ ਆਪਣਾ ਤਨ ਮਨ ਵੀ ਅਰਪਣ ਕਰ ਦਿਆਂ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ ਦੀਜਹਿ ਪ੍ਰਾਣ ਅਕੋਰ। ਕਹਿੰਦੇ ਮੈਂ ਆਪਣਾ ਸੀਸ ਵੀ ਉਹਨੂੰ ਜਿਹੜਾ ਸਮਰਪਣ ਕਰ ਦਿਆਂ। ਤਿੰਨ ਕਹਿ ਲਾਗਾ ਪਾਏ, ਤੇ ਉਹਦੇ ਪੈਰੀ ਵੀ ਪੈ ਕੇ ਆਖਾਂ ਕਿ ਗੁਰੂ ਕੇ ਪਿਆਰਿਆ ਮੇਰੇ ਉੱਤੇ ਵੀ ਕਿਤੇ ਗੁਰੂ ਦੀ ਕਿਰਪਾ ਹੋ ਜਾਏ, ਮੈਨੂੰ ਵੀ ਗੁਰੂ ਦੇ ਪਿਆਰ ਵਿੱਚ ਚੱਲਣਾ ਆ ਜਾਏ। ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਤੂੰ ਮੇਰੇ ਗੁਰੂ ਦੇ ਪਿਆਰ ਵਿੱਚ ਚੱਲਣ ਵਾਲਾ ਹੈ, ਆ ਮੈਨੂੰ ਮਿਲ, ਕਿਤੇ ਤੇਰੇ ਮਿਲਾਪ ਸਦਕੇ ਮੈਨੂੰ ਵੀ ਗੁਰੂ ਦੇ ਪਿਆਰ ਵਿੱਚ ਚੱਲ ਕੇ ਪਰਮੇਸ਼ਵਰ ਪਤੀ ਰੂਪੀ ਸੋਹਣੇ ਵਰ ਦੀ ਪ੍ਰਾਪਤੀ ਹੋ ਜਾਵੇ। ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਜਿਨੀ ਇੱਕ ਪਛਾਣਿਆ, ਜਿਨ੍ਹਾਂ ਨੇ ਇੱਕ ਨੂੰ ਪਛਾਣ ਲਿਆ, ਉਹਨਾਂ ਅੰਦਰੋਂ ਦੂਜਾ ਭਾਉ ਮੁੱਕ ਜਾਂਦਾ ਹੈ। ਦੂਜਾ ਭਾਉ ਦਾ ਅਰਥ ਹੈ ਕਈ ਮੜੀਆਂ, ਕਈ ਮਸਾਣਾ, ਕਈ ਦੇਹ ਧਾਰੀਆਂ, ਇਹਨਾਂ ਵੱਲ ਤੁਰੇ ਫਿਰਦੇ ਆ ਵੀ ਸਾਨੂੰ ਰੱਬ ਮਿਲ ਜਾਏਗਾ। ਇਹ ਦੂਜਾ ਭਾਉ ਹੈ। ਇਸ ਦੂਜੇ ਭਾਉ ਵਿੱਚ ਰੱਬ ਜੀ ਨੇ ਨਹੀਂ ਮਿਲਣਾ। ਜੇ ਪਿਆਰੇ ਵਰ ਸੋਹਣੇ ਪਤੀ ਪ੍ਰਭੂ ਨੂੰ ਮਿਲਣਾ ਤਾਂ ਗੁਰੂ ਦੇ ਪਿਆਰ ਵਿੱਚ ਚੱਲਣਾ ਪਏਗਾ। ਤਾਂ ਹੀ ਤੇ ਆਖਿਆ ਸੀ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਮੜੇ ਮਸਾਣਾ ਵਿੱਚ ਰੱਬ ਨਹੀਂ ਮਿਲਣਾ, ਰੱਬ ਮਿਲਣਾ ਤੇ ਗੁਰੂ ਦੇ ਪਿਆਰ ਵਿੱਚ ਚੱਲ ਕੇ ਮਿਲਣਾ। ਜਿਨ੍ਹਾਂ ਨੇ ਕਹਿੰਦੇ ਇੱਕ ਨੂੰ ਪਛਾਣ ਲਿਆ, ਉਹ ਦੂਜੇ ਭਾਉ ਅੰਦਰ ਦੂਜੇ ਪ੍ਰਤੀ ਬਣਾਉਂਦੇ ਹੀ ਨਹੀਂ ਹੈ। ਇਸ ਲਈ ਗੁਰਮੁਖ ਨਾਮ ਪਛਾਣੀਐ, ਗੁਰੂ ਵਾਲੇ ਬਣ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਪਿਆਰ ਵਿੱਚ ਚੱਲ ਕੇ ਨਾਮ ਨੂੰ ਪਛਾਣੋ, ਜਿਹੜਾ ਖਸਮ ਦਾ ਨਾਮ ਹੈ, ਜਿਹੜਾ ਪਤੀ ਪਰਮੇਸ਼ਵਰ ਦਾ ਨਾਮ ਹੈ, ਉਹਦੇ ਨਾਲ ਜੁੜ ਕੇ ਸੁਹਾਗਣ ਬਣਿਆ ਜਾਣਾ। ਪਤੀ ਪਰਮੇਸ਼ਵਰ ਦਾ ਨਾਮ ਛੱਡ ਕੇ ਦੂਜੇ ਦਾ ਨਾਮ ਲੈ ਕੇ ਸੁਹਾਗਣ ਨਹੀਂ ਬਣਿਆ ਜਾਣਾ। ਇਸ ਲਈ ਇਹ ਗੁਰਬਾਣੀ ਕੀ ਹੈ? ਇਹ ਖਸਮ ਦੀ ਬਾਣੀ ਹੈ, ਇਹ ਧੁਰ ਕੀ ਬਾਣੀ ਹੈ, ਇਹ ਪਰਮੇਸ਼ਵਰ ਦਾ ਨਾਮ ਹੈ ਗੁਰਬਾਣੀ ਅੰਦਰ, ਜਿਹਨੂੰ ਜਪ ਕੇ ਅਸੀਂ ਸੁਹਾਗਣ ਹੋਣਾ ਹੈ। ਤੇ ਇਹ ਕੌਣ ਹੈ ਜਿਹਦੇ ਤੋਂ ਬਲਿਹਾਰੇ ਜਾਣਾ? ਉਹਨੇ ਧੰਨ ਬਾਬਾ ਬੁੱਢਾ ਸਾਹਿਬ। ਧੰਨ ਬਾਬਾ ਬੁੱਢਾ ਸਾਹਿਬ ਜੀ ਵਿਛੜਿਆਂ ਨੂੰ ਮਿਲਾਉਂਦੇ ਨੇ ਗੁਰੂ ਦੇ ਨਾਲ। ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਦਾ ਇਤਿਹਾਸ ਪੜ੍ਹ ਕੇ ਵੇਖੋ। ਜੇ ਗੁਰੂ ਅੰਗਦ ਸਾਹਿਬ ਜੀ ਨਾਲ ਸੰਗਤ ਨੂੰ ਮਿਲਾਇਆ ਤੇ ਬਾਬਾ ਬੁੱਢਾ ਸਾਹਿਬ, ਜੇ ਸੰਨ ਸਾਹਿਬ ਅਸਥਾਨ ਜਿੱਥੇ ਬਣਿਆ ਗੁਰੂ ਅਮਰਦਾਸ ਜੀ ਨਾਲ ਮਿਲਾਇਆ ਤਾਂ ਬਾਬਾ ਬੁੱਢਾ ਸਾਹਿਬ, ਤੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਨੇਹਾ ਲੈ ਕੇ ਸਿੱਖ ਸੰਗਤਾਂ ਨੂੰ ਦਿੱਤਾ ਵੀ ਚਿੰਤਾ ਨਾ ਕਰੋ, ਗੁਰੂ ਸਾਹਿਬ ਦਾ ਮਿਲਾਪ ਮਿਲੇਗਾ, ਤੇ ਉਹ ਕੌਣ ਸੀ? ਉਹ ਧੰਨ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਤੋਂ ਸਦਕੇ ਜਾਈਏ। ਕਹਿੰਦੇ ਪਿਰ ਸਲਾਹਣ ਆਪਣਾ ਤਿਨ ਕਹਿ ਹਾਉ ਸਦ ਬਲਿਹਾਰੈ ਜਾਉ, ਕਿਉਂਕਿ ਉਹਨਾਂ ਨੇ ਇੱਕ ਨੂੰ ਪਛਾਣਿਆ, ਦੂਜਾ ਭਾਉ ਅੰਦਰੋਂ ਮੁਕਾ ਦਿੱਤਾ। ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਇਸ ਲਈ ਗੁਰਮੁਖਾਂ ਦੀ ਸੰਗਤ ਕਰੋ ਤੇ ਗੁਰੂ ਦੇ ਪਿਆਰ ਵਿੱਚ ਚੱਲ ਕੇ ਸੱਚੇ ਨਾਮ ਨੂੰ ਪਛਾਣ ਲਓ, ਤੇ ਸੱਚੇ ਨਾਮ ਨੂੰ ਪਛਾਣ ਕੇ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਇਹ ਮਨ ਤੂੰ ਸਦਾ ਸੱਚੇ ਨਾਮ ਦਾ ਅਭਿਆਸੀ ਬਣ, ਤੇ ਤੇਰਾ ਮੁਖ ਮਾਲਕ ਦੇ ਘਰ ਵਿੱਚ ਵੀ ਉਜਲ ਹੋਏਗਾ। ਉਹਨੂੰ ਫਿਰ ਕਹਿੰਦੇ ਆ ਵੀ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ। ਅਸੀਂ ਸਵਾਰ ਕੇ ਜਾਣਾ, ਮਨੁੱਖਾ ਜਨਮ ਵਿਗਾੜ ਕੇ ਨਹੀਂ ਜਾਣਾ। ਇਸ ਲਈ ਗੁਰੂ ਰਾਹੀਂ ਨਾਮ ਨੂੰ ਪਛਾਣ ਕੇ ਸੱਚ ਸਮਾਏ, ਸੱਚ ਵਿੱਚ ਸਦਾ ਲਈ ਲੀਨ ਹੋ ਜਾਈਏ। ਇਹ ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ, ਜੋ ਲੜੀਵਾਰ ਸ਼ਬਦ ਦੀ ਵਿਚਾਰ ਇਸ ਅਸਥਾਨ ਤੇ ਚੱਲ ਰਹੀ ਹੈ। ਇਹਦੇ ਨਾਲ ਨਾਲ ਅੱਜ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੜੇ ਭਾਵਨਾ ਨਾਲ ਮਨਾਉਂਦੀਆਂ, ਅਰਦਾਸਾਂ ਬੇਨਤੀਆਂ ਕਰ ਰਹੀਆਂ ਨੇ। ਮਹਾਰਾਜ ਅੱਜ ਵੀ ਅਸੀਂ ਤੁਹਾਡੇ ਦਰ ਤੇ ਖਲੋ ਕੇ ਕਹਿੰਦੇ ਹਾਂ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲਹਿ ਗੁਰ ਚਾਲੀ, ਸਤਿਗੁਰ
ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ, ਤਾਂ ਕਿ ਸਾਡੇ ਵੀ ਬੰਧਨ ਕੱਟੇ ਜਾਣ। ਅਸੀਂ ਵੀ ਜੀਵਨ ਮੁਕਤ ਹੋਣ ਲਈ ਆਏ ਆ, ਅਸੀਂ ਵੀ ਉਹ ਖੁਸ਼ੀਆਂ ਲੈਣ ਆਏ ਆ ਜਿਹੜੀਆਂ ਤੁਸੀਂ ਬੰਦੀ ਛੋੜ ਦਾਤਾ ਬਣ ਕੇ ਖੁਸ਼ੀਆਂ ਦਿੱਤੀਆਂ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸ਼ਬਦ ਪੜਿਆ ਜਾ ਰਿਹਾ ਸੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ। ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੰਦੀ ਛੋੜ ਦਾਤਾ ਜੀ ਨੂੰ ਚੇਤੇ ਕਰਦੀਆਂ ਨੇ, ਉੱਥੇ ਪੂਰਾ ਭਾਰਤ ਜਿਹੜਾ ਹੈ, ਭਾਰਤ ਵਾਸੀ ਇੱਕ ਤਿਉਹਾਰ ਹੈ ਖੁਸ਼ੀ ਦਾ, ਜਿਹਨੂੰ ਦੀਵਾਲੀ ਦੀਪਾਵਲੀ ਕਹਿੰਦੇ ਆ। ਪਰ ਗੁਰਬਾਣੀ ਵਿੱਚ ਇਹ ਵੀ ਸਮਝਾਇਆ ਗਿਆ ਕਿ ਤੂੰ ਨਾਮ ਦਾ ਦੀਵਾ ਬਣਾ, ਵਿੱਚ ਦੁੱਖ ਦਾ ਤੇਲ ਪਾ। ਜਿਵੇਂ ਜਿਵੇਂ ਨਾਮ ਦਾ ਦੀਵਾ ਬਲੇਗਾ, ਤੇਰੇ ਦੁੱਖ ਦਾ ਤੇਲ ਸੜਦਾ ਜਾਏਗਾ, ਤੇਰੇ ਜੀਵਨ ਵਿੱਚ ਸੁੱਖ ਆ ਜਾਏਗਾ। ਕਿਉਂਕਿ ਅੰਦਰ ਹਨੇਰਾ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਬਾਲੋ ਰੱਜ ਰੱਜ ਖੁਸ਼ੀਆਂ ਮਨਾਓ। ਕਿਉਂਕਿ ਸਮਾਂ ਹੀ ਇਦਾਂ ਦਾ, ਮਾਹੌਲ ਹੀ ਇਦਾਂ ਦਾ ਮਨਾਓ। ਪਰ ਉਹਦੇ ਨਾਲ ਨਾਲ ਅੰਧਿਆਰਾ ਦੀਪਕ ਚਾਹੀਏ, ਇੱਕ ਅੰਦਰ ਵੀ ਦੀਵਾ ਚਾਹੀਦਾ ਜਗਾਉਣਾ, ਜਿਹੜਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੀ ਅੰਦਰ ਜਗਣਾ। ਗੁਰਬਾਣੀ ਰਾਹੀਂ ਹੀ ਅੰਦਰ ਦਾ ਦੀਵਾ ਜਗਾ ਕੇ ਜੀਵਨ ਮੁਕਤ ਹੋ ਕੇ ਸਾਰੇ ਬੰਧਨਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਹੀ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਬੰਦੀ ਛੋੜ ਹੈ। ਤੇ ਸਤਿਗੁਰ ਕੌਣ ਹੈ? ਸਤਿਗੁਰ ਨਾਨਕ ਪ੍ਰਗਟਿਆ। ਜਦੋਂ ਬਾਬਰ ਦੇ ਕੈਦਖਾਨੇ ਵਿੱਚ ਗੁਰੂ ਨਾਨਕ ਸਾਹਿਬ ਗਏ ਆ, ਤੇ ਜਦੋਂ ਵਾਪਸ ਆਏ ਨੇ, ਇਕੱਲੇ ਨਹੀਂ ਆਏ, ਜਿੰਨੇ ਕੈਦੀ ਸਨ ਬਾਬਰ ਦੀ ਕੈਦ ਵਿੱਚ, ਸਾਰੇ ਦੇ ਸਾਰੇ ਛੁਡਾ ਕੇ ਲਿਆਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਸਮਾਂ ਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਭਗਤੀ ਦਾ ਘਰ ਦਰਬਾਰ ਸਾਹਿਬ, ਹਰਮੰਦਰ ਸਾਹਿਬ, ਹੁਣ ਉਸ ਭਗਤੀ ਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਸ਼ਕਤੀ ਦਾ ਘਰ ਬਣਿਆ, ਜਿਹਨੂੰ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਔਰ ਇਸ ਢੰਗ ਦੇ ਨਾਲ ਕੀਤੀ ਹੈ ਵੀ ਧਿਆਨ ਰੱਖਿਓ, ਭਗਤੀ ਦਾ ਘਰ ਹੀ ਜਿੰਨਾ ਨੀਵਾਂ ਹੈ, ਭਗਤੀ ਦਾ ਘਰ ਉਨਾ ਹੀ ਉੱਚਾ ਰਹਿਣਾ ਹੈ। ਇਸ ਭਗਤੀ ਦੇ ਘਰ ਦੇ ਹੇਠਾਂ ਆ ਜਿਹੜਾ ਤਖਤ ਅਕਾਲ ਦਾ ਬਣਾਇਆ, ਇਹ ਰਹਿਣਾ ਹੈ। ਪਰ ਰਹਿਣਾ ਭਗਤੀ ਦਾ ਘਰ ਹੀ ਉੱਚਾ ਹੈ, ਕਿਉਂਕਿ ਭਗਤੀ ਦੇ ਘਰ ਹੇਠ ਹੀ ਇਸ ਅਕਾਲ ਤਖਤ ਦੇ ਉੱਤੇ ਜੋ ਫੈਸਲੇ ਹੋਣੇ ਆ ਉਹ ਕੀਤੇ ਜਾਣੇ ਨੇ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਰਚਿਆ, ਔਰ ਸੀਸ ਦੇ ਉੱਤੇ ਦਸਤਾਰ ਸਜਾਈ, ਕਲਗੀ ਵੀ ਸਜਾਈ। ਕਈ ਆਖਦੇ ਆ ਘੋੜ ਸਵਾਰੀ ਵੀ ਸ਼ੁਰੂ, ਸ਼ਸਤਰ ਅਭਿਆਸ ਵੀ ਸ਼ੁਰੂ, ਤੇ ਅਬਦੁੱਲਾ ਢਾਡੀ ਵੱਲੋਂ ਵਾਰਾਂ ਵੀ ਗਾਉਣੀਆਂ ਸ਼ੁਰੂ ਹੋ ਗਈਆਂ, ਜਿਹਦੇ ਵਿੱਚ ਕਿਹਾ ਕਿ ਗੁਰੂ ਸਾਹਿਬ 2 ਤਲਵਾਰਾਂ ਮੀਰੀ ਤੇ ਪੀਰੀ ਦੀਆਂ ਜਿਹੜੀ ਤੁਸੀਂ ਅੱਜ ਪਹਿਨ ਲਈਆਂ ਨੇ ਨਾ, ਤੇ ਸਿਰ ਤੇ ਜਿਹੜੀ ਦਸਤਾਰ ਸਜਾ ਲਈ ਹੈ ਨਾ, ਇਦਾਂ ਲੱਗਦਾ ਵੀ ਜਹਾਂਗੀਰ ਦੇ ਸਿਰ ਤੇ ਉੱਤੇ ਤਜਿਆ ਸਾਜ, ਇਸ ਜਿਹੜਾ ਤਾਜ ਹੈ ਇਹ ਤੁਹਾਡੀ ਦਸਤਾਰ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਫਿੱਕਾ ਪੈ ਗਿਆ, ਜਿਹੜਾ ਜਹਾਂਗੀਰ ਦੇ ਸਿਰ ਦਾ ਤਾਜ ਹੈ ਨਾ, ਉਹ ਤੁਹਾਡੀ ਦਸਤਾਰ ਅੱਗੇ ਫਿੱਕਾ ਪੈ ਗਿਆ। ਤੇ ਇਹ ਜਹਾਂਗੀਰ ਤੱਕ ਖਬਰ ਜ਼ਰੂਰ ਪਹੁੰਚੀ ਹੋਏਗੀ ਵੀ ਉੱਥੇ ਤਾਂ ਆਹ ਗੱਲਾਂ ਹੁੰਦੀਆਂ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਦਸਤਾਰ ਹੈ ਉਹਦੀ ਸ਼ਾਨ ਹੀ ਵੱਖਰੀ ਹੈ, ਇਹਦਾ ਮੁਕਾਬਲਾ ਤੇ ਜਹਾਂਗੀਰ ਦੀ ਦਸਤਾਰ ਨਹੀਂ ਕਰ ਸਕਦੀ। ਕਈ ਕਾਰਨ ਬਣ ਗਏ। ਇੱਕ ਚੰਦੂ ਦਾ, ਕਿਉਂਕਿ ਉਹ ਤੇ ਪਹਿਲਾਂ ਹੀ ਅੰਦਰੋਂ ਕਲਪਿਆ ਪਿਆ, ਉਹਨੂੰ ਮੌਕਾ ਮਿਲਣਾ ਚਾਹੀਦਾ ਸੀ। ਜਿਹੜੇ ਵਿਰੋਧੀ ਧਿਰ ਹੁੰਦੀ ਆ ਨਾ, ਇਹ ਮੌਕਾ ਭਾਲਦੀ ਹੈ ਕਿ ਕਦੋਂ ਸਾਨੂੰ ਮੌਕਾ ਮਿਲੇ ਤੇ ਅਸੀਂ ਉਸ ਗੱਲ ਨੂੰ ਉਛਾਲ ਦਈਏ। ਹੁੰਦਾ ਇਸੇ ਤਰ੍ਹਾਂ ਹੀ ਹੈ। ਜਹਾਂਗੀਰ ਤੱਕ ਗੱਲਾਂ ਪਹੁੰਚ ਗਈਆਂ ਵੀ ਤਖਤ ਵੀ ਰਚ ਲਿਆ, ਸ਼ਸਤਰ ਵੀ ਪਹਿਨ ਲਏ, ਘੋੜ ਸਵਾਰੀ ਵੀ ਹੁੰਦੀ ਹੈ, ਫੌਜ ਵੀ ਤਿਆਰ ਹੋਣੀ ਸ਼ੁਰੂ ਹੋ ਗਈ ਹੈ। ਇਹ ਨਾ ਹੋਵੇ ਕਿ ਕੱਲ ਨੂੰ ਤੇਰਾ ਤਖਤ ਖੁੰਝ ਜਾਏ। ਤੂੰ ਆਪਣੇ ਤਖਤ ਨੂੰ ਸੰਭਾਲਣਾ ਤੇ ਉਸ ਤਖਤਾਂ ਦੇ ਮਾਲਕ ਨੂੰ ਆਪਣੇ ਘਰ ਸੱਦ ਤੇ ਸੱਦ ਕੇ ਬੰਦੀ ਬਣਾ ਲੈ। ਕਈ ਵਿਚਾਰਾਂ ਜਹਾਂਗੀਰ ਤੱਕ ਪਹੁੰਚੀਆਂ ਨੇ।
ਚੰਦੂ ਦੇ ਰਾਹੀਂ ਵੀ ਪਹੁੰਚੀਆਂ, ਕਈ ਕੱਟੜ ਪੰਥੀ ਸਨ ਉਹਨਾਂ ਦੇ ਰਾਹੀਂ ਵੀ ਪਹੁੰਚੀਆਂ ਨੇ। ਅਖੀਰ ਜਦੋਂ ਇਹਨੂੰ ਆਪਣੇ ਤਖਤ ਦਾ ਖਤਰਾ ਮਹਿਸੂਸ ਹੋਇਆ, ਇਹਨੇ ਫਿਰ ਸੱਦਾ ਭੇਜਿਆ ਤੇ ਸੱਦਾ ਲੈ ਕੇ ਕੌਣ ਆਇਆ ਸੀ? ਵਜ਼ੀਰ ਖਾਂ। ਤੇ ਵਜ਼ੀਰ ਖਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦਾ, ਗੁਰੂ ਰਾਮਦਾਸ ਜੀ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਘਰ ਕੈਸਾ ਹੈ। ਇਹਦੇ ਅੰਦਰ ਭਾਵਨਾ ਸੀ। ਇਹਨੇ ਜਹਾਂਗੀਰ ਨੂੰ ਸਮਝਾਇਆ ਵੀ, ਪਰ ਜਹਾਂਗੀਰ ਸਮਝਿਆ ਨਹੀਂ। ਕਹਿੰਦੇ ਲੈਣ ਵਾਸਤੇ ਆਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਮਝ ਗਏ, ਕਿਉਂਕਿ ਸਤਿਗੁਰੂ ਨੇ ਜਾਣਾ ਸੀ ਬੰਧਨਾਂ ਵਿੱਚੋਂ ਆਜ਼ਾਦ ਕਰਾਉਣ ਵਾਸਤੇ। ਜਿਹੜੇ ਪਰਮੇਸ਼ਵਰ ਅੱਗੇ ਪੁਕਾਰ ਕਰ ਰਹੇ ਨੇ ਕਿ ਸਾਡੀ ਬੰਦ ਖਲਾਸੀ ਕਦੋਂ ਹੋਏਗੀ, ਤੇ ਪਰਮੇਸ਼ਵਰ ਨੇ ਸਤਿਗੁਰੂ ਦੇ ਰਾਹੀਂ ਹੀ ਉਹਨਾਂ ਦੀ ਬੰਦ ਖਲਾਸੀ ਕਰਾਉਣੀ। ਸਤਿਗੁਰੂ ਤੇ ਦਇਆਵਾਨ ਹੈ। ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਸਮਾਂ ਸੀਮਤ ਹੈ। ਕਿੰਨੇ ਕਿੰਨੇ ਗੁਣ ਆਪਾਂ ਗਾਈਏ। ਅਸੀਂ ਤੇ ਸਤਿਗੁਰੂ ਕੋਲੋਂ ਦਾਤਾਂ ਲੈ ਕੇ ਅਕਿਰਤ ਘਣ ਹੋ ਜਾਂਦੇ ਆ। ਜਿਨ੍ਹਾਂ ਨੂੰ ਬੰਦਨਾ ਤੋਂ ਛੁਡਾਇਆ, ਆਉਣ ਵਾਲੀ ਉਹਨਾਂ ਦੀ ਉਹ ਪੀੜ੍ਹੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਹਮਲਾ ਕਰਦੀ ਹੈ। ਆਉਣ ਵਾਲੀ ਉਹਨਾਂ ਦੀ ਹੀ ਪੀੜ੍ਹੀ ਆਨੰਦਪੁਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਅੱਜ ਤੁਸੀਂ ਵੇਖੋ, ਬੜਾ ਦੁੱਖ ਹੁੰਦਾ ਹੈ, ਹਿਰਦਾ ਵਲੂੰਦੜਿਆ ਜਾਂਦਾ ਹੈ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਪਿਆਰੇ ਤੁਹਾਨੂੰ ਭੁੱਖਣ ਭਾਣਿਆਂ ਨੂੰ, ਤੁਹਾਨੂੰ ਲੰਗਰ ਛਕਾਉਂਦੇ ਆ, ਤੁਹਾਨੂੰ ਦਵਾ ਦਾਰੂ ਪਹੁੰਚਾਉਂਦੇ ਨੇ, ਤੁਹਾਡੇ ਘਰ ਛੱਤ ਬਣਾ ਕੇ ਦਿੰਦੇ ਆ, ਉਹਨਾਂ ਦੇ ਹੀ ਕੇਸਾਂ ਨੂੰ ਪਕੜ ਕੇ ਤੁਸੀਂ ਉਹਨਾਂ ਦੀ ਮਾਰ ਕੁਟਾਈ ਕਰਦੇ ਹੋ। ਜਿਹੜੇ ਤੁਹਾਡੇ ਭਲੇ ਵਾਸਤੇ ਕਹਿੰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਤੇ ਉਹਨਾਂ ਦੇ ਸਿਰ ਤੇ ਜੂੜਾ, ਉਹਨਾਂ ਜੂੜੇ ਤੇ ਜਦੋਂ ਹੱਥ ਪਾਉਂਦੇ ਹੋ ਤੇ ਪਤਾ ਨਹੀਂ ਲੱਗਦਾ ਇਹ ਸਰਬੱਤ ਦਾ ਭਲਾ ਮੰਗਣ ਵਾਲੇ ਨੇ। ਜਦੋਂ ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕਰਦੇ ਹੋ ਤੇ ਇੱਕ ਵਾਰੀ ਅੰਦਰੋਂ ਆਤਮਾ ਝੰਜੋੜਦੀ ਨਹੀਂ ਕਿ ਇਹ ਉਹ ਗੁਰੂ ਕੇ ਪਿਆਰੇ ਨੇ ਜਿਹੜੇ ਸਰਬੱਤ ਦਾ ਭਲਾ ਮੰਗਦੇ ਨੇ। ਅਸੀਂ 5 ਕਕਾਰਾਂ ਦੀ ਬੇਅਦਬੀ ਕਰਨ ਲੱਗਿਆਂ ਵੀ ਦੇਰੀ ਨਹੀਂ ਲਾਉਂਦੇ, ਤੇ ਉਹਨਾਂ ਗੁਰੂ ਕੇ ਸਿੱਖਾਂ ਦੀ ਮਾਰ ਕੁਟਾਈ ਕਰਨ ਲੱਗਿਆਂ ਵੀ ਦੇਰੀ ਨਹੀਂ ਲਾਉਂਦੇ। ਇਹਨੂੰ ਕਹਿੰਦੇ ਆ ਅਕਿਰਤ ਘਣ। ਖੈਰ, ਆਪਾਂ ਖੁਸ਼ੀ ਦਾ ਅੱਜ ਮਾਹੌਲ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਆਏ। ਇੱਧਰ ਬਾਬਾ ਬੁੱਢਾ ਸਾਹਿਬ ਜੀ ਨੂੰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਸੇਵਾ ਸੰਭਾਲੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ। ਵੀ ਜਿੰਨਾ ਚਿਰ ਅਸੀਂ ਆਉਂਦੇ ਨਹੀਂ, ਦੇਖ ਰੇਖ ਤੁਹਾਡੇ ਕੋਲ ਹੈ। ਦਿੱਲੀ ਪਹੁੰਚੇ, ਜਹਾਂਗੀਰ ਨਾਲ ਵਿਚਾਰਾਂ ਹੋਈਆਂ। ਵਿਚਾਰਾਂ ਤੋਂ ਬਾਅਦ ਜਹਾਂਗੀਰ ਨੇ ਬਹਾਨੇ ਨਾਲ, ਅਸਲ ਵਿੱਚ ਮਨ ਤੇ ਸੀ ਮੈਂ ਗਵਾਲੀਅਰ ਦੇ ਕਿਲੇ ਵਿੱਚ, ਜਿਹੜਾ ਇੱਕ ਐਸਾ ਕੈਦਖਾਨਾ ਹੈ ਜਿਹਦੇ ਵਿੱਚੋਂ ਦੀ ਅੱਜ ਤੱਕ ਕੋਈ ਬਾਹਰ ਨਹੀਂ ਸੀ ਆਇਆ। ਅੰਦਰੋਂ ਹੀ ਕਹਿੰਦੇ ਨੇ ਉਹ ਮਰ ਗਏ ਸਨ, ਉਹਨਾਂ ਨੂੰ ਥੋੜੀ ਥੋੜੀ ਜ਼ਹਿਰ ਦੇ ਕੇ ਮਾਰਿਆ ਜਾਂਦਾ ਸੀ। ਜੇ ਦਲਿਦਰੀ ਵੇਖਣੀ, ਨਰਕ ਵੇਖਣਾ, ਤੇ ਗਵਾਲੀਅਰ ਦੇ ਕਿਲੇ ਅੰਦਰ ਵੇਖਣ ਨੂੰ ਮਿਲਦਾ ਸੀ। ਲੋਕ ਕੋਲੋਂ ਲੰਘਣ ਤੋਂ ਵੀ ਕੰਬਦੇ ਸਨ। ਅੱਜ ਜਦੋਂ ਗਵਾਲੀਅਰ ਜਾਓ ਤੇ ਮਨ ਵਿੱਚ ਤਮੰਨਾ ਹੁੰਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਜ਼ਰੂਰ ਜਾਣਾ ਹੈ, ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਅਸਲ ਵਿੱਚ ਕਹਿੰਦੇ ਮਨ ਕਹਿੰਦਾ ਸੀ ਜਹਾਂਗੀਰ ਦਾ ਬੰਦੀ ਬਣਾ ਦਿਆਂ, ਅੰਦਰ ਹੀ ਜਿਹੜਾ ਖਤਮ ਹੋ ਜਾਣਗੇ ਤੇ ਕੋਈ ਮੇਰੇ ਸਾਹਮਣੇ ਤਖਤ ਰਹੇਗਾ ਨਹੀਂ। ਹੁਣ ਬਹਾਨਾ ਇਹ ਬਣਾਇਆ ਵੀ ਤੁਸੀਂ ਕੁਝ ਦਿਨ ਉੱਥੇ ਰਹੋ, ਕਿਉਂਕਿ ਕੁਝ ਕਹਿੰਦੇ ਸੀ ਜਹਾਂਗੀਰ ਤੇਰੇ ਤੇ ਸਾੜ ਸਤੀ ਚੱਲਦੀ, ਵਹਿਮ ਪਾ ਦਿੱਤਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਰੱਖ, ਬੈਠ ਕੇ ਉੱਥੇ ਤੇਰੇ ਪਾਠ ਪੂਜਾ ਕਰਨਗੇ, ਤੇਰਾ ਸਮਾਂ ਟਲ ਜਾਏਗਾ। ਕਈ ਇਤਿਹਾਸਕਾਰਾਂ ਨੇ ਕਈ ਵਿਚਾਰਾਂ ਬਿਆਨ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਅੰਦਰ ਆਉਂਦੇ ਆ, ਨਜ਼ਰ ਬੰਦ ਕੀਤਾ ਗਿਆ। ਇੱਥੋਂ ਦੇ ਰਾਜਿਆਂ ਦਾ ਨਰਕ ਵੇਖਿਆ, ਨਰਕ। ਉਹਨਾਂ ਦੇ ਸਰੀਰ ਦੀ ਹਾਲਤ, ਉਹਨਾਂ ਦੇ ਤਨ ਤੇ ਪਾਏ ਹੋਏ ਕੱਪੜਿਆਂ ਦੀ ਹਾਲਤ, ਉਹਨਾਂ ਨੂੰ ਰੋਜ਼ ਮਿਲਣ ਵਾਲੇ ਭੋਜਨ ਵਿੱਚ ਥੋੜੇ ਥੋੜੇ ਜ਼ਹਿਰ ਦੀ ਹਾਲਤ ਵੇਖੀ। ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਭੋਜਨ ਪਹੁੰਚਾਇਆ ਜਿਹਦੇ ਵਿੱਚ ਜ਼ਹਿਰ ਦਿੱਤੀ ਗਈ ਵੀ ਇਹ ਜ਼ਹਿਰ ਥੋੜੀ ਥੋੜੀ ਖਾਣਗੇ, ਅੰਦਰ ਹੀ ਰਹਿ ਜਾਣਗੇ। ਤੇ ਇੱਕ ਚੋਲਾ ਜਿਹੜਾ ਕੈਦੀਆਂ ਨੂੰ ਦਿੱਤਾ ਜਾਂਦਾ ਨਾ, ਵਰਦੀ, ਉਹ ਵੀ ਦਿੱਤੀ ਸੀ ਜ਼ਹਿਰ ਨਾਲ ਭਰੀ ਹੋਈ ਵੀ ਥੋੜਾ ਥੋੜਾ ਜ਼ਹਿਰ ਅਸਰ ਕਰੇਗਾ। ਪਰ ਗੁਰੂ ਸਾਹਿਬ ਨੇ ਉਹ ਕੈਦੀਆਂ ਵਾਲੀ ਵਰਦੀ ਵੀ ਨਹੀਂ ਪਾਈ, ਉੱਥੋਂ ਦਾ ਭੋਜਨ ਵੀ ਨਹੀਂ ਛਕਿਆ। ਗੁਰੂ ਕੇ ਪਿਆਰੇ ਮਿਹਨਤ ਕਰਦੇ, ਦਿਹਾੜੀਆਂ ਲਾਉਂਦੇ ਆ,
ਤੇ ਮਿਹਨਤ ਕਰਕੇ, ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਉਹ ਮਿਹਨਤ ਕਰਕੇ ਲਿਆਂਦੇ ਆ। ਤੇ ਜਿਹੜਾ ਜੇਲਰ ਹੈ ਨਾ, ਉਸ ਕੈਦਖਾਨੇ ਦਾ ਜਿਹੜਾ ਮੁਖੀ ਹੈ ਭਾਈ ਹਰਦਾਸ, ਉਹਦੇ ਅੰਦਰ ਬੜੀ ਭਾਵਨਾ ਹੈ ਗੁਰੂ ਦੇ ਪ੍ਰਤੀ, ਬੜੀ ਸ਼ਰਧਾ ਰੱਖਦਾ ਹੈ ਗੁਰੂ ਸਾਹਿਬ ਦੇ ਪ੍ਰਤੀ। ਉਹਨੂੰ ਯਕੀਨ ਸੀ ਕਿ ਜਿਹੜਾ ਅੰਦਰ ਅੱਜ ਕੈਦਖਾਨੇ 'ਚ ਆਇਆ ਨਾ, ਉਹ ਇਸ ਕੈਦਖਾਨੇ ਦਾ ਹੁਲੀਆ ਬਦਲ ਦੇਗਾ, ਉਹ ਇਸ ਨਰਕ ਨੂੰ ਸਵਰਗ ਬਣਾ ਦੇਗਾ, ਕਿਉਂਕਿ ਉਹ ਅੱਜ ਬੰਦੀ ਛੋੜ ਦਾਤਾ ਅੰਦਰ ਆਇਆ ਹੈ। ਰੋਜ਼ ਪ੍ਰਸ਼ਾਦਾ ਗੁਰੂ ਕੇ ਸਿੱਖਾਂ ਨੇ ਤਿਆਰ ਕਰਨਾ, ਬਾਣੀ ਪੜ੍ਹ ਕੇ ਰੋਜ਼ ਛਕਾਉਣਾ। ਕਹਿੰਦੇ ਸਮਾਂ ਲੰਘਿਆ, ਤਕਰੀਬਨ 2-2.5 ਸਾਲ ਦਾ ਸਮਾਂ ਜਿਹੜਾ ਸੀ ਉਹ ਲੰਘਿਆ। 1609 ਦੇ ਵਿੱਚ ਅਕਾਲ ਤਖਤ ਸਾਹਿਬ ਜਨਵਰੀ ਦੇ ਮਹੀਨੇ 'ਚ ਤਿਆਰ ਹੁੰਦਾ ਹੈ, ਤੇ 1609 ਦੇ ਵਿੱਚ ਹੀ ਗੁਰੂ ਸਤਿਗੁਰੂ ਪਾਤਸ਼ਾਹ ਨੂੰ ਬੁਲਾ ਲਿਆ ਜਾਂਦਾ ਹੈ, ਤੇ ਤਕਰੀਬਨ 12 ਤੱਕ ਨਜ਼ਰ ਬੰਦ ਕਰਕੇ ਗੁਰੂ ਸਾਹਿਬ ਨੂੰ ਰੱਖਿਆ। ਇਹਨਾਂ ਦਿਨਾਂ ਵਿੱਚ ਜਹਾਂਗੀਰ ਦੀ ਹਾਲਤ ਵਿਗੜ ਗਈ, ਇੰਨੀ ਹਾਲਤ ਵਿਗੜ ਗਈ, ਕਈ ਡਰਾਉਣ ਲੱਗ ਪਏ, ਕੁਝ ਵਹਿਮ ਪਾਉਣ ਲੱਗ ਪਏ, ਤੇ ਕਈ ਜਿਹੜੇ ਆ ਉਹਨੂੰ ਵਹਿਮ, ਦੇਖੋ ਜਿਹਦੇ ਅੰਦਰ ਵਹਿਮ ਆ ਜਾਏ ਉਹ ਵੈਸੇ ਹੀ ਅੰਦਰੋਂ ਅੰਦਰ ਹੀ ਸੁੱਕਦਾ ਜਾਂਦਾ ਹੈ। ਜਦੋਂ ਜਹਾਂਗੀਰ ਦੀ ਹਾਲਤ ਮਾੜੀ ਹੋਣ ਲੱਗ ਗਈ, ਉਧਰੋਂ ਸਾਈਂ ਮੀਆਂ ਮੀਰ ਆਏ। ਸਾਈਂ ਮੀਆਂ ਮੀਰ ਨੇ ਆਖਿਆ, ਜਹਾਂਗੀਰ ਤੇਰੀ ਇਸ ਹਾਲਤ ਦਾ ਕਸੂਰਵਾਰ ਤੂੰ ਆਪ ਹੈ। ਕਿਉਂ? ਕਿਉਂਕਿ ਜਿਸ ਰੱਬ ਨੂੰ, ਖੁਦਾ ਨੂੰ ਤੂੰ ਮੰਨਦਾ ਹੈ, ਉਹਨੂੰ ਹੀ ਨਜ਼ਰਬੰਦ ਕਰਕੇ ਰੱਖਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰ ਜੇ ਤੂੰ ਆਪਣੀ ਸਲਾਮਤੀ ਚਾਹੁੰਦਾ ਹੈ। ਸਾਈਂ ਮੀਆਂ ਮੀਰ ਦੇ ਕਹਿਣ ਤੇ, ਕੁਝ ਹੋਰ ਭਾਵਨਾ ਵਾਲਿਆਂ ਦੇ ਕਹਿਣ ਤੇ ਇਹਨੇ ਫਿਰ ਫੈਸਲਾ ਕੀਤਾ ਵੀ ਮੇਰੇ ਕੋਲੋਂ ਗਲਤੀ ਹੋ ਗਈ, ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚੋਂ ਲੈ ਕੇ ਆਓ। ਫਿਰ ਵਜ਼ੀਰ ਖਾਨ ਨੂੰ ਭੇਜਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸੁਣਿਆ, ਤੇ ਜਿੰਨੇ ਵੀ ਰਾਜੇ ਸੀ ਨਾ ਅੰਦਰ, ਕਹਿਣ ਲੱਗੇ, ਉਹਨਾਂ ਦੇ ਅੱਖਾਂ ਵਿੱਚ ਹੰਝੂ ਆ ਗਏ। ਉਹ ਅੱਖਾਂ ਵਿੱਚ ਹੰਝੂ ਲਾ ਕੇ ਕਹਿੰਦੇ ਆ, ਸਤਿਗੁਰੂ ਤੁਹਾਡੇ ਆਉਣ ਨਾਲ ਸਾਨੂੰ ਇੱਕ ਜੀਵਨ ਦੀ ਆਸ ਮਿਲੀ ਸੀ, ਇੱਕ ਖੁਸ਼ੀਆਂ ਸਾਨੂੰ ਮਿਲੀਆਂ ਸਨ, ਪਰ ਜੇ ਤੁਸੀਂ ਤੁਰ ਗਏ ਤੇ ਫਿਰ ਸਾਡੀਆਂ ਖੁਸ਼ੀਆਂ ਵੀ ਨਾਲ ਤੁਰ ਜਾਣੀਆਂ। ਕਿਰਪਾ ਕਰੋ, ਜੇ ਸਾਨੂੰ ਆਪਣਾ ਪੱਲਾ ਪਕੜਾਇਆ ਤੇ ਹੁਣ ਇਸ ਪੱਲਾ ਪਕੜਾ ਕੇ ਸਾਨੂੰ ਇਸ ਕੈਦਖਾਨੇ 'ਚੋਂ ਵੀ ਆਜ਼ਾਦ ਕਰਾਓ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਵਜ਼ੀਰ ਖਾਂ ਜਹਾਂਗੀਰ ਨੂੰ ਕਹਿ ਦੇ ਮੈਂ ਉਸ ਦਿਨ ਬਾਹਰ ਆਵਾਂਗਾ ਜਿਸ ਦਿਨ ਸਾਰੇ ਕੈਦੀ ਰਿਹਾ ਕਰੇਗਾ। ਵਜ਼ੀਰ ਖਾਂ ਕਹਿਣ ਲੱਗੇ, ਜਦੋਂ ਸੁਨੇਹਾ ਦਿੱਤਾ, ਉਹਨੇ ਸੋਚਿਆ ਵੀ ਚਲੋ 2-4 ਪੱਲਾ ਪਕੜ ਕੇ ਨਿਕਲ ਜਾਣਗੇ, ਬਹੁਤੇ ਤਾਂ ਅੰਦਰ ਹੀ ਰਹਿ ਜਾਣਗੇ। ਕਿ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਕਹਿ ਕੇ ਦਿਹਾੜੀ ਲਾਈ, ਮਿਹਨਤ ਕੀਤੀ, ਕੱਪੜਾ ਲਿਆ, 52 ਕਲੀਆਂ ਵਾਲਾ, 52 ਪੱਲਿਆਂ ਵਾਲਾ ਝੋਲਾ ਤਿਆਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਨਿਆ, ਤੇ ਜਿੰਨੇ ਰਾਜੇ ਸੀ ਅੰਦਰ ਬਹੁਤਾਤ ਵਿੱਚ ਸੀ, ਕਈ ਤਾਂ ਅੰਦਰ ਹੀ ਮਰ ਮੁੱਕ ਗਏ, ਪਰ ਜਿੰਨੇ ਕੁ ਬਚੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ 52 ਕਲੀਆਂ ਵਾਲਾ, ਪੱਲਿਆਂ ਵਾਲਾ ਝੋਲਾ ਜਿਹੜਾ ਪਹਿਨਿਆ, ਇੱਕ ਇੱਕ ਪਕੜ ਕੇ ਜਦੋਂ ਅੰਦਰੋਂ ਬਾਹਰ ਆਉਂਦੇ ਆ, ਉਹ ਬੰਦੀ ਛੋੜ ਦਾਤਾ ਜੀ ਇਹਨਾਂ ਨੂੰ ਬੰਧਨਾਂ ਤੋਂ ਛੁਡਾ ਕੇ ਜਦੋਂ ਲਿਆਉਂਦੇ ਆ, ਤੇ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਵਾਲੀ ਹੈ, ਉਹਨਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਵਾਲੀ ਸੀ। ਤੇ ਭਾਈ ਹਰਦਾਸ ਦਰਵਾਜ਼ੇ ਤੇ ਖਲੋਤਾ ਹੈ, ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰਾਨਾ ਕਰਦਾ ਹੈ। ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਤੋਂ 52 ਰਾਜਿਆਂ ਨੂੰ ਰਿਹਾ ਕਰਕੇ ਚੱਲਦੇ ਆ, ਫਿਰ ਦਿੱਲੀ ਆਏ, ਇਹਨਾਂ ਨੂੰ ਇਹਨਾਂ ਦੀਆਂ ਰਿਆਸਤਾਂ ਵਿੱਚ ਭੇਜਿਆ। ਤੇ ਜਦੋਂ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ ਆਉਂਦੇ ਆ, ਤੇ ਗੁਰੂ ਕੀਆਂ ਸੰਗਤਾਂ ਖੁਸ਼ੀ ਵਿੱਚ ਦੀਪਮਾਲਾ, ਇਹ ਪਹਿਲੀ ਵਾਰ ਨਹੀਂ ਸੀ, ਧਿਆਨ ਰੱਖਿਓ, ਗੁਰੂ ਹਰਗੋਬਿੰਦ ਸਾਹਿਬ ਜਿੰਨੀ ਵਾਰ ਵੀ ਗਏ ਤੇ ਗੁਰੂ ਸਾਹਿਬ ਵਾਪਸ ਆਏ, ਸਿੱਖ ਸੰਗਤਾਂ ਨੇ ਦੀਪਮਾਲਾ ਖੁਸ਼ੀ ਦੇ ਵਿੱਚ ਕੀਤੀ ਹੈ। ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਦਾਤੇ ਦੇ ਆਉਣ ਦੀਆਂ ਖੁਸ਼ੀਆਂ ਵਿੱਚ ਇਹ ਗੁਰੂ ਕੀਆਂ ਸੰਗਤਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀਪਮਾਲਾ ਕਰਦੀਆਂ ਨੇ, ਤੇ ਉਹ ਅੱਜ ਖੁਸ਼ੀ ਦਾ ਦਿਹਾੜਾ ਬੰਦੀ ਛੋੜ ਦਿਵਸ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੇ ਲਈ ਵੀ ਆਪਾਂ ਸਾਰੇ ਅਰਦਾਸ ਕਰੀਏ। ਸਤਿਗੁਰੂ ਜੀ ਤੁਹਾਡੇ ਦਰ ਤੇ ਆਏ ਆ, ਤੇ ਸਾਡੇ ਅੰਦਰ ਦੇ ਬੰਧਨ ਕੱਟ ਕੇ ਸਾਨੂੰ ਜੀਵਨ ਮੁਕਤ ਕਰ ਦਿਓ। ਉਹ ਤੁਸੀਂ ਕਿਰਪਾ ਕਰੋਗੇ ਤਾਂ ਹੋਣਾ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ। ਤੁਹਾਡੇ ਪਿਆਰ ਵਿੱਚ, ਭਾਣੇ ਵਿੱਚ ਸਾਨੂੰ ਚੱਲਣ ਦੀ ਜਾਚ ਆ ਜਾਏ।
ਸਾਡੇ ਤੇ ਕਿਰਪਾ ਕਰੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਆਪ ਸਮੁੱਚੀ ਸੰਗਤ ਨੂੰ ਬੰਦੀ ਛੋੜ ਦਾਤੇ ਦੇ ਦਿਵਸ ਦੀਆਂ ਅੱਜ ਦੇ ਇਸ ਖੁਸ਼ੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮੁਬਾਰਕਾਂ। ਤੁਹਾਡੇ ਸਾਰਿਆਂ ਦੇ ਦੁੱਖ ਕੱਟੇ ਜਾਣ ਔਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੀ ਰਹਿਮਤ ਸਭਨਾਂ ਦੀ ਝੋਲੀ ਵਿੱਚ ਪੈ ਜਾਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਮਿਹਰ ਦਾ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਣ, ਬਾਣੇ ਤੇ ਬਾਣੀ ਦੇ ਧਾਰਨੀ ਬਣ ਜਾਈਏ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜਿਨੀ ਇੱਕ ਪਛਾੜਿਆ ਦੂਜਾ ਪਾਉ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।